भाई गुरदास साहब जी ने भी अपनियां वारां विच जिक्र कीता है। ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁਛੜ ਲੀਤਾ, ਬਾਹੋਂ ਪਕੜ ਉਠਾਲਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਡੱਡੋਂ ਲਿਕਾ ਮਾਂ ਪੁੱਛੈ, ਤੂੰ ਸੁਆਣੀ ਹੈ ਕਿ ਸਰੀਤਾ। ਸੁਆਣੀ ਹਾਂ ਜਨਮ ਦੀ, ਨਾਮ ਨਾ ਭਗਤੀ ਕਰਮ ਦ੍ਰਿੜੀਤਾ। ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵਣ ਮੀਤਾ। परमेश्वर आराध्य जिंदू होइए पतत पुनीता, अखीरली तो कह हार चले गुरमुख जग जीता। ये जिक्र मानयोग भाई गुरदास साहब जी ने भी अपनियां पावन वारां विच कीता है। तो महाकवि भाई साहब भाई संतोख सिंह जी की रचना जो श्री नानक प्रकाश ਦੀ ਕਥਾ ਗੁਰੂ ਘਰਾਂ ਦੇ ਅੰਦਰ ਸੰਗਤਾਂ ਸਰਵਣ ਕਰਦੀਆਂ ਨੇ। ਕੱਲ ਦੇ ਪ੍ਰਸੰਗ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਕਿ ਜਦੋਂ ਮਤਰੇਈ ਮਾਂ ਨੇ ਮਨ ਵਿੱਚ ਰੋਸ ਜਤਾਇਆ ਕਿ ਤੂੰ ਆਪਣੇ ਪਿਤਾ ਦੀ ਗੋਦ ਵਿੱਚ ਨਹੀਂ ਬੈਠ ਸਕਦਾ, ਬੈਠੇ ਹੋਏ ਨੂੰ ਬਾਹਾਂ ਤੋਂ ਪਕੜ ਕੇ ਉਠਾ ਦਿੱਤਾ ਗਿਆ, ਝਿੜਕਿਆ ਗਿਆ ਤੇ 5 ਸਾਲਾਂ ਦੇ ਧਰੂ ਦੇ ਮਨ ਤੇ ਅਸਰ ਹੋਇਆ। ਆਪਣੀ ਮਾਂ ਨੂੰ ਪੁੱਛਿਆ ਸੀ ਕਿ ਮਾਂ ਤੂੰ ਦੱਸ ਵੀ ਇਸ ਘਰ ਵਿੱਚ ਰਾਣੀ ਹੈ ਕਿ ਗੋਲੀ ਹੈ। ਤੇ ਮਾਤਾ ਨੇ ਕਿਹਾ ਸੀ ਪੁੱਤਰ ਹੈ ਤੇ ਮੈਂ ਰਾਣੀ ਹਾਂ, ਪਰ ਮੈਂ ਪ੍ਰਭੂ ਦੀ ਭਗਤੀ ਨਹੀਂ ਕੀਤੀ। ਇਹ ਮਾਣ ਵਡਿਆਈ ਪ੍ਰਭੂ ਦੀ ਭਗਤੀ ਨਾਲ ਮਿਲਦੀ ਹੈ। ਜਿਹੜੇ ਲੋਕ ਬੰਦਗੀ ਕਰਦੇ ਨੇ, ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦੇ ਨੇ, ਉਹਨਾਂ ਦੀ ਸਭ ਲੋਕ ਇੱਜ਼ਤ ਕਰਦੇ ਨੇ, ਸਨਮਾਨ ਕਰਦੇ ਨੇ। ਪਰ ਪ੍ਰਭੂ ਭਗਤੀ ਤੋਂ ਬਗੈਰ ਜਿਹੜਾ ਆਦਰ ਸਤਕਾਰ ਮਿਲਣਾ ਚਾਹੀਦਾ ਉਹ ਨਹੀਂ ਮਿਲਦਾ। ਤੋ ਮਾਂ ਨੇ ਕਿਹਾ ਸੀ ਪੁੱਤਰ ਜਦੋਂ ਪਰਮੇਸ਼ਰ ਨੂੰ ਚੇਤੇ ਕਰੀਏ, ਆਰਾਧੀਏ, ਇੱਕ ਤੇ ਜਿੰਦ ਵੀ ਪਵਿੱਤਰ ਹੁੰਦੀ, ਮਨ ਵੀ ਪਵਿੱਤਰ ਹੁੰਦਾ ਤੇ ਇੱਜ਼ਤ ਸਨਮਾਨ ਵੀ ਮਿਲਦਾ ਹੈ। ਪੁੱਤਰ ਤਪ ਕਰਨ ਵਾਸਤੇ ਘਰੋਂ ਚੱਲ ਪੈਂਦਾ ਹੈ। ਕੱਲ ਦੇ ਪ੍ਰਸੰਗ ਵਿੱਚ ਇਹ ਵੀ ਸਰਵਣ ਕਰਾਇਆ ਗਿਆ ਸੀ। ਅੱਗੋਂ ਨਾਰਦ ਮੁਨੀ ਜੀ ਮਿਲਦੇ ਨੇ, ਉਹ ਰੋਕਣ ਦਾ ਯਤਨ ਕਰਦੇ ਨੇ ਕਿ ਅਜੇ ਤੁਹਾਡੀ ਉਮਰ ਬੜੀ ਛੋਟੀ ਹੈ, ਖੇਡ ਮੱਲ ਲਓ, ਆਪਣੇ ਦਿਨ ਜਿਹੜੇ ਨੇ ਇਸ ਤਰ੍ਹਾਂ ਖੁਸ਼ੀ ਭਰੇ ਬਤੀਤ ਕਰੋ, ਅਜੇ ਭਗਤੀ ਵਾਲੇ ਮਾਰਗ ਤੇ ਨਾ ਤੁਰੋ। ਤੇ 5 ਸਾਲਾਂ ਦੇ ਧਰੂ ਦੀ ਜਿਹੜੀ ਦ੍ਰਿੜਤਾ ਹੈ, ਅਟਲ ਵਿਸ਼ਵਾਸ ਹੈ, ਜਦੋਂ ਨਾਰਦ ਮੁਨੀ ਜੀ ਨੇ ਬਚਨਾਂ ਰਾਹੀਂ ਸਰਵਣ ਕੀਤਾ ਤੇ ਨਾਰਦ ਜੀ ਕਹਿਣ ਲੱਗੇ ਤੁਹਾਨੂੰ ਬੰਦਗੀ ਜ਼ਰੂਰ ਕਰਨੀ ਚਾਹੀਦੀ ਹੈ। ਮੈਂ ਤੇ ਕੇਵਲ ਤੁਹਾਡਾ ਸਿਦਕ ਵੇਖਣਾ ਸੀ, ਤੁਹਾਡਾ ਨਿਸ਼ਚਾ ਬੜਾ ਅਡੋਲ, ਬੜਾ ਪਰਪੱਕ ਹੈ। ਤੇ ਜਦੋਂ ਤੁਸੀਂ ਬੰਦਗੀ ਕਰੋਗੇ, ਬੰਦਗੀ ਕਰਦਿਆਂ ਕਰਦਿਆਂ ਤੁਹਾਨੂੰ ਉਹ ਰਾਜ ਮਿਲੇਗਾ, ਉਹ ਮਾਣ ਵਡਿਆਈ ਮਿਲੇਗੀ। ਵੱਡੇ ਵੱਡੇ ਲੋਕ ਤੁਹਾਡੇ ਸਾਹਮਣੇ ਹੱਥ ਜੋੜ ਕੇ ਖੜੋਇਆ ਕਰਨਗੇ। ਤੋ ਸਾਧ ਸੰਗਤ, ਭਗਤ ਜੀ ਮਧੂਬਨ ਜੰਗਲ ਵਿਖੇ ਜੋ ਕੇਰਲਾ ਦੇ ਜਮਨਾ ਦੇ ਕਿਨਾਰੇ ਹੈ, ਤੋ ਧਰੂ ਜੀ ਬੰਦਗੀ ਕਰਨ ਵਾਸਤੇ ਚਲੇ ਜਾਂਦੇ ਨੇ। ਉਧਰੋਂ ਨਾਰਦ ਮੁਨੀ ਜੀ ਜਦੋਂ ਰਾਜਾ ਉਤਾਨਪਾਦ ਜੋ ਧਰੂ ਜੀ ਦੇ ਪਿਤਾ ਜੀ ਨੇ, ਉਹਨਾਂ ਕੋਲ ਆਉਂਦੇ ਨੇ, ਉਹਨਾਂ ਦੇ ਚਿਹਰੇ ਨੂੰ ਉਦਾਸ ਵੇਖਦੇ ਨੇ। ਤੇ ਨਾਰਦ ਮੁਨੀ ਨੇ ਪੁੱਛਿਆ ਸੀ ਰਾਜਨ ਕੀ ਗੱਲ ਹੈ, ਤੁਹਾਡਾ ਚਿਹਰਾ ਬੜਾ ਉਦਾਸ ਹੈ। ਤੇ ਉਤਾਨਪਾਦ ਰਾਜਾ ਜੀ ਕਹਿਣ ਲੱਗੇ ਰਿਖੀ ਜੀ ਤੁਹਾਨੂੰ ਜੀ ਆਇਆਂ ਨੂੰ, ਤੁਹਾਡੀ ਇੱਜ਼ਤ ਮਾਣ ਸਨਮਾਨ ਹੈ, ਪਰ ਮੈਂ ਆਪਣੀ ਇਸਤਰੀ ਦੇ ਕਹਿਣ ਤੇ ਆਪਣੇ ਪੁੱਤਰ ਨੂੰ ਘਰੋਂ ਘਲਾ ਦਿੱਤਾ। ਮੇਰਾ ਪੁੱਤਰ ਘਰੋਂ ਚਲਾ ਗਿਆ ਹੈ, ਉਹਦੇ ਜਾਣ ਕਰਕੇ, ਉਹਦੇ ਵਿਛੋੜੇ ਕਰਕੇ ਮੇਰਾ ਮੁਖ ਮੁਰਝਾਇਆ ਪਿਆ ਹੈ। ਵੀ ਪੁੱਤਰ ਨੂੰ ਐਵੇਂ ਹੀ
ਘਰੋਂ ਘਲਾ ਦਿੱਤਾ ਹੈ, ਮੇਰਾ ਦਿਲ ਨਹੀਂ ਲੱਗਦਾ, ਇਸ ਕਰਕੇ ਰਿਖੀ ਜੀ ਮੇਰਾ ਚਿਹਰਾ ਮੁਰਝਾਇਆ ਹੋਇਆ ਹੈ। ਨਾਰਦ ਜੀ ਕਹਿਣ ਲੱਗੇ, ਰਾਜਨ ਕੋਈ ਪੁੱਤਰ ਮੋਹ ਦੀ ਚਿੰਤਾ ਨਾ ਕਰੋ, ਇੱਕ ਦਿਨ ਤੁਹਾਡਾ ਪੁੱਤਰ ਭਗਤੀ ਕਰਕੇ ਥੋੜੇ ਸਮੇਂ ਬਾਅਦ ਜਦੋਂ ਘਰ ਵਿੱਚ ਆਏਗਾ ਬੜਾ ਵੱਡਾ ਮਾਣ ਪ੍ਰਾਪਤ ਕਰੇਗਾ। ਸਾਰੇ ਲੋਕ ਉਸ ਨਾਲ ਪਿਆਰ ਕਰਨਗੇ, ਇੱਜ਼ਤ ਕਰਨਗੇ, ਸਤਿਕਾਰ ਕਰਨਗੇ। ਬੰਦਗੀ ਦਾ ਇੱਕ ਬੜਾ ਵੱਡਾ ਗੁਣ ਹੈ, ਜਿਨ੍ਹਾਂ ਨੂੰ ਵਾਹਿਗੁਰੂ ਆਪਣੇ ਖਜ਼ਾਨੇ ਵਿੱਚੋਂ ਬੰਦਗੀ ਦੀ ਦਾਤ ਦਿੰਦੇ ਨੇ ਉਹ ਲੋਕਾਂ ਲਈ ਸਨਮਾਨਯੋਗ ਬਣ ਜਾਂਦੇ ਨੇ। ਰਾਜਨ ਪੁੱਤਰ ਮੋਹ ਵਿੱਚ ਕੋਈ ਚਿੰਤਾ ਨਾ ਕਰ, ਥੋੜੇ ਸਮੇਂ ਬਾਅਦ ਤੁਹਾਡਾ ਪੁੱਤਰ ਘਰ ਵਿੱਚ ਆ ਜਾਏਗਾ, ਬੜੀ ਇੱਜ਼ਤ ਮਾਣ ਸਨਮਾਨ ਪ੍ਰਾਪਤ ਕਰੇਗਾ। ਕਈ ਗੱਲਾਂ ਨਾਰਦ ਜੀ ਨੇ ਹੋਰ ਵੀ ਦਸੀਆਂ ਨੇ। ਤੋ ਭਗਤ ਧਰੂ ਜੀ ਦੇ ਪਿਤਾ ਜੀ ਨੂੰ, ਉਤਾਨਪਾਦ ਜੀ ਨੂੰ ਤੋ ਬਚਨ ਬਲਾਸ ਹੁੰਦੇ ਨੇ। ਇਸ ਤਰ੍ਹਾਂ ਰਿਖੀ ਦੇ ਪਾਸੋਂ ਬਚਨ ਸੁਣ ਕੇ ਪਿਤਾ ਨੂੰ ਵੀ ਧੀਰਜ ਆ ਜਾਂਦਾ ਹੈ, ਤੋ ਸਮਾਂ ਲੰਘਦਾ ਹੈ। ਇਸ ਤੋਂ ਅਗਲੀ ਕਥਾ ਅੱਜ ਆਪਾਂ ਸਰਵਣ ਕਰਾਂਗੇ। ਸਾਰੀ ਸੰਗਤ ਪਿਆਰ ਸਤਿਕਾਰ ਨਾਲ ਇੱਕ ਵਾਰ ਮਾਲਕ ਸਤਿਗੁਰੂ ਜੀ ਦਾ, ਅਕਾਲ ਪੁਰਖ ਦਾ ਸ਼ੁਕਰਾਨਾ ਕਰਦਿਆਂ, ਨਮਸਕਾਰ ਕਰਦਿਆਂ ਰਸਨਾ ਪਵਿੱਤਰ ਕਰੋ ਤੇ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਭ ਬਿਦ ਸੁਣੀ ਧਰੁਵ ਨਿਰਜ ਸੁਣਾ। ਸਾਧ ਸੰਗਤ ਜਦੋਂ ਹਰੇਕ ਤਰੀਕੇ ਦੀ ਵਿਚਾਰ ਧਰੂ ਜੀ ਨੇ ਆਪਣੇ ਕੰਨੀ ਸਰਵਣ ਕੀਤੀ ਹੈ। ਪੁਨ ਪਦ ਬੰਦ ਕੀਓ ਬਨ ਗਾਉਣਾ। ਫਿਰ ਉਹਨਾਂ ਨੇ ਨਾਰਦ ਜੀ ਨੂੰ ਨਮਸਕਾਰ ਕੀਤੀ ਹੈ। ਜਿਵੇਂ ਕੋਈ ਪ੍ਰਭੂ ਭਗਤੀ ਦੀ ਸਾਡੇ ਨਾਲ ਵਿਚਾਰ ਕਰੇ ਤੇ ਕੁਦਰਤੀ ਤੌਰ ਤੇ ਉਹਦੇ ਲਈ ਮਨ ਵਿੱਚ ਸਤਿਕਾਰ ਪੈਦਾ ਹੋ ਜਾਂਦਾ ਹੈ, ਇੱਜ਼ਤ ਪੈਦਾ ਹੁੰਦੀ ਹੈ। ਜਦੋਂ ਧਰੂ ਜੀ ਦੇ ਨਾਲ ਨਾਰਦ ਜੀ ਨੇ ਪ੍ਰਭੂ ਭਗਤੀ ਦੀਆਂ ਵਿਚਾਰਾਂ ਕੀਤੀਆਂ, ਆਪਣੇ ਕੰਨੀ ਗੱਲਾਂ ਸੁਣੀਆਂ, ਅਜੇ ਤੇ ਉਹਨਾਂ ਨੇ ਬਚਨ ਸਰਵਣ ਕਰਕੇ ਤੇ ਫਿਰ ਉਹਨਾਂ ਦੇ ਚਰਨ ਕਮਲਾਂ ਤੇ ਨਮਸਕਾਰ ਕੀਤੀ ਤੇ ਸਾਧ ਸੰਗਤ ਜੰਗਲ ਵੱਲ ਨੂੰ ਚੱਲ ਪਏ ਨੇ। ਪਹੁੰਚਿਓ ਮਦ ਬਨ ਤਪਹਿ ਆਰੰਭਾ। ਉਹ ਕਿੱਥੇ ਚਲਦੇ ਚਲਦੇ ਪਹੁੰਚ ਗਏ ਮਧੂਬਨ। ਇਹ ਕੇਰਲਾ ਦੇ ਲਾਗੇ ਜਮਨਾ ਦੇ ਕਿਨਾਰੇ ਇੱਕ ਜੰਗਲ ਹੈ, ਉਸ ਨੂੰ ਮਧੂਬਨ ਕਹਿੰਦੇ ਨੇ, ਜਿੱਥੇ ਪਹੁੰਚ ਕੇ ਧਰੂ ਜੀ ਨੇ ਅਕਾਲ ਪੁਰਖ ਦੀ ਭਗਤੀ ਦਾ ਬੰਦਗੀ ਨੂੰ ਆਰੰਭ ਕਰ ਦਿੱਤਾ। ਜਹਰ ਵਤਨੀਆਂ ਪਾਵਨ ਅੰਬਾ। ਕਵੀ ਜੀ ਨੇ ਕਿਹਾ ਵੀ ਉਸ ਜਮਨਾ ਦੇ ਕਿਨਾਰੇ, ਜਿਹੜੀ ਜਮਨਾ ਸੂਰਜ ਦੀ ਪੁੱਤਰੀ ਹੈ ਤੇ ਜਿਸ ਦਾ ਜਲ ਪਵਿੱਤਰ ਹੈ, ਜਲ ਦੇ ਕਿਨਾਰੇ ਬੈਠ ਕੇ, ਜਮਨਾ ਦੇ ਕਿਨਾਰੇ ਬੈਠ ਕੇ ਪ੍ਰਭੂ ਭਗਤੀ ਆਰੰਭ ਕਰ ਦਿੱਤੀ। ਮਧੂਬਨ ਜੰਗਲ ਵਿਖੇ ਚਲ ਨਾਰਦ ਨ੍ਰਿਪ ਕੇ ਢਿਗੇ ਆਵਾ। ਇਧਰੋਂ ਨਾਰਦ ਜੀ ਨੇ ਬੜਾ ਧਰੂ ਜੀ ਨੂੰ ਸਮਝਾਇਆ ਕਿ ਪੁੱਤਰ ਬਾਲਕ, ਅਜੇ ਤੇਰੀ ਬੰਦਗੀ ਦਾ ਸਮਾਂ ਨਹੀਂ, ਉਮਰ ਛੋਟੀ ਹੈ, ਪਰ ਜਿਹੜੀ ਦ੍ਰਿੜਤਾ ਹੁੰਦੀ ਹੈ ਨਾ, ਅਕਾਲ ਪੁਰਖ ਵੱਲੋਂ ਜਿਹੜੀਆਂ ਵਿਚਾਰਾਂ ਅੰਦਰ ਆ ਜਾਂਦੀਆਂ ਨੇ, ਉਸ ਦ੍ਰਿੜਤਾ ਨੂੰ ਨਮਸਕਾਰ ਕੀਤੀ ਤੇ ਨਾਰਦ ਧਰੂ ਜੀ ਦੇ ਰਸਤੇ ਚੋਂ ਹਟ ਕੇ ਤੇ ਜਿੱਥੇ ਧਰੂ ਜੀ ਦੇ ਪਿਤਾ ਜੀ ਰਾਜਾ ਉਤਾਨਪਾਦ ਸਨ, ਉਹਨਾਂ ਦੇ ਪਾਸ ਚੱਲ ਕੇ ਨਾਰਦ ਮੁਨੀ ਜੀ ਪਹੁੰਚ ਗਏ। ਸੁਤ ਵਿਯੋਗ ਜਿਹ ਮੁਖ ਮੁਰਝਾਵਾ। ਜਿਸ ਰਾਜੇ ਦਾ ਆਪਣੇ ਪੁੱਤਰ ਦੇ ਵਿਛੋੜੇ ਦੇ ਕਾਰਨ ਮੁਖ ਮੁਰਝਾਇਆ ਹੋਇਆ ਸੀ। ਦੇਖ ਰਿਖ ਕੋ ਨ੍ਰਿਪ ਆਦਰ ਦੀਨਾ। ਇਧਰੋਂ ਰਾਜਾ ਉਤਾਨਪਾਦ ਨੇ ਜਦੋਂ ਨਾਰਦ ਨੂੰ ਵੇਖਿਆ, ਨਾਰਦ ਮੁਨੀ ਜੀ ਨੂੰ, ਤੇ ਨ੍ਰਿਪ ਨੇ ਆਦਰ ਕੀਤਾ, ਆਪਣੇ ਕੋਲ ਆਇਆ ਜਾਣ ਕੇ ਬਹੁਤ ਆਦਰ ਸਤਿਕਾਰ ਕੀਤਾ। ਪੂਜ ਪਾਏ ਪਰ ਪਰਨਮ ਕੀਨਾ। ਸਾਧ ਸੰਗਤ ਚਰਨ ਬੰਦਨਾ ਕੀਤੀ, ਨਮਸਕਾਰ ਕੀਤੀ, ਸਤਿਕਾਰ ਕੀਤਾ।
ਕਿ ਪ੍ਰਭੂ ਦੀ ਬੰਦਗੀ ਕਰਨ ਵਾਲੇ ਗੁਰਮੁਖ ਮਹਾਂਪੁਰਖ ਆਏ ਨੇ। ਬੋਲਿਓ ਨਾਰਦ ਮੁਨੀ ਪ੍ਰਬੀਨਾ, ਤੇ ਨਾਰਦ ਮੁਨੀ ਜੀ ਜੋ ਬੜੇ ਚਤਰ ਨੇ, ਬੜੇ ਸਿਆਣੇ, ਉਹ ਆਪਣੀ ਰਸਨਾ ਤੋਂ ਬੋਲ ਕੇ ਕਹਿਣ ਲੱਗੇ, ਜੇ ਭੂਪਤ ਤਬ ਬਦਨ ਮਲੀਨਾ। ਅੰਦਰ ਦੀ ਸਾਂਝ ਕਰਦਿਆਂ ਕਿਹਾ, ਹੇ ਰਾਜਨ, ਭੂਪਤ ਕਹਿੰਦੇ ਰਾਜੇ ਨੂੰ, ਹੇ ਰਾਜਾ, ਇਹ ਮੈਨੂੰ ਦੱਸੋ ਕਿ ਤੁਹਾਡਾ ਜਿਹੜਾ ਚਿਹਰਾ ਹੈ ਨਾ, ਉਹ ਉਦਾਸ ਕਿਉਂ, ਕੁਮਲਾਇਆ ਕਿਉਂ ਹੈ? ਇਹ ਕਿਰਪਾ ਕਰਕੇ ਮੈਨੂੰ ਦੱਸਣਾ ਕਰੋ। ਧਰਮ ਅਰਥ ਕੋ ਬਿਗੜਿਓ ਆਜੂ। ਮੈਂ ਤੁਹਾਨੂੰ ਇਹ ਪੁੱਛਣਾ ਚਾਹਣਾ ਰਾਜਨ, ਕੀ ਤੁਹਾਡਾ ਧਨ ਪਦਾਰਥ ਦਾ ਅੱਜ ਕੋਈ ਕੰਮ ਵਿਗੜਿਆ ਹੈ? ਕੋਈ ਤੁਹਾਨੂੰ ਕਿਸੇ ਪਾਸੇ ਤੋਂ ਘਾਟਾ ਪਿਆ ਵੀ ਤੁਹਾਡਾ ਚਿਹਰਾ ਬੜਾ ਕੁਮਲਾਇਆ ਹੈ? ਕੀ ਕਾਰਨ ਹੈ? ਆਪ ਕਿਰਪਾ ਕਰਕੇ ਮੈਨੂੰ ਦੱਸਣਾ ਕਰੋ। ਸੁਣਿਓ ਬਚਨ ਭਣੇ ਨਰ ਰਾਜੂ। ਜਦੋਂ ਰਾਜਾ ਜੀ ਨੇ ਰਿਖੀ ਜੀ ਦੇ ਬਚਨਾਂ ਨੂੰ ਸੁਣਿਆ ਤੇ ਉਹ ਸੁਣ ਕਰਕੇ ਆਪਣੀ ਰਸਨਾ ਤੋਂ ਕਹਿਣ ਲੱਗੇ, ਰਾਜਾ ਕਹਿਣ ਲੱਗਾ, ਧਰੂ ਜੀ ਦੇ ਪਿਤਾ ਜੀ ਬੋਲੇ ਨੇ, ਹੇ ਮੁਨ ਮੈਂ ਕਾਮੀ ਮਤਹੀਨਾ। ਕਹਿਣ ਲੱਗੇ, ਹੇ ਮੁਨੀ ਜੀ, ਹੇ ਨਾਰਦ ਮੁਨੀ ਜੀ, ਮੈਂ ਕਾਮੀ ਹਾਂ ਤੇ ਮਤ ਹੀਨਾ ਹਾਂ। ਭਾਵ ਮੇਰੀ ਮਤ ਮੰਦੀ ਹੈ, ਘੱਟ ਮਤ ਵਾਲਾ ਹਾਂ ਤੇ ਮੈਂ ਕਾਮੀ ਹਾਂ। ਲੰਪਟ ਸਦਾ ਰਹਿਓ ਤੀਏ ਦੀਨਾ। ਮੈਂ ਤਾਂ ਅਸਲ ਵਿੱਚ ਗੱਲ ਮੇਰੇ ਚਿਹਰੇ ਕਮਲਾਉਣ ਦੀ ਇਹ ਹੈ ਵੀ ਮੇਰੇ ਵਿੱਚ ਕੁਝ ਖਾਮੀਆਂ ਨੇ, ਮੇਰੇ ਵਿੱਚ ਕੁਝ ਘਾਟਾਂ ਨੇ। ਉਹ ਘਾਟਾਂ ਇਹ ਨੇ, ਮੈਂ ਸਦਾ ਹੀ ਇਸਤਰੀ ਦੇ ਵਸ ਵਿੱਚ ਰਿਹਾ ਹਾਂ। ਬਾਲਕ ਪੰਚ ਬਰਖ ਕੋ ਜਾਊ। ਮੇਰਾ 5 ਸਾਲਾਂ ਦਾ ਪੁੱਤਰ ਹੈ, ਅਜੇ 5 ਵਰਖ ਉਹਦੀ ਉਮਰ ਹੈ। ਬਿਨ ਅਪਰਾਧ ਤਜਿਓ ਮੈਂ ਸੋਊ। ਬਿਨਾਂ ਦੋਸ਼ ਤੋਂ ਹੀ ਮੈਂ ਉਹਨੂੰ ਛੱਡ ਦਿੱਤਾ ਹੈ, ਉਹ ਘਰੋਂ ਚਲਾ ਗਿਆ ਹੈ। ਇਸ ਕਰਕੇ ਰਿਖੀ ਜੀ ਮੇਰਾ ਚਿਹਰਾ ਉਦਾਸ ਹੈ। ਅਬ ਉੱਠ ਗਇਓ ਕਰਨ ਤਪ ਬਨ ਮੈਂ। ਉਹ ਮੇਰਾ ਪੁੱਤਰ ਜਦੋਂ ਬਿਨਾਂ ਦੋਸ਼ ਤੋਂ ਹੀ ਮੈਂ ਉਹਨੂੰ ਤਿਆਗ ਦਿੱਤਾ ਤੇ ਮੇਰਾ ਪੁੱਤਰ ਘਰੋਂ ਉੱਠ ਕੇ ਚੱਲ ਗਿਆ ਤੇ ਉਹ ਬਾਹਰ ਜੰਗਲ ਵਿੱਚ ਤਪ ਕਰਨ ਗਿਆ ਹੈ। ਭਾਵ ਉੱਥੇ ਤਪ ਕਰ ਰਿਹਾ ਹੈ। ਸੁਦਾ ਹੋਏ ਸ਼ਰਮ ਸੀਤ ਉਸਨ ਮੈਂ ਇਹ ਸੋਚਦਾ ਰਿਖੀ ਜੀ, ਮੇਰੇ ਪੁੱਤਰ ਨੂੰ ਠੰਡ ਵੀ ਲੱਗੇਗੀ, ਉਸਨ ਕਹੀਏ ਗਰਮੀ ਵੀ ਲੱਗੇਗੀ, ਐਸੇ ਮੌਸਮਾਂ ਵਿੱਚ ਭੁੱਖਾ ਵੀ ਰਹੇਗਾ। ਇਹ ਤੇ ਮੇਰੇ ਪੁੱਤਰ ਉੱਤੇ ਬਹੁਤ ਵੱਡਾ ਸੰਕਟ ਹੋਵੇਗਾ। ਸੋ ਕਿਮ ਸਹੇ ਜੇ ਸੰਕਟ ਭਾਰੀ। ਮੇਰਾ ਪੁੱਤਰ ਛੋਟਾ ਹੈ ਤੇ ਉਹ ਛੋਟਾ, ਇੰਨੀ ਛੋਟੀ ਉਮਰ ਵਾਲਾ ਕਿਵੇਂ ਆਪਣੇ ਤਨ ਉੱਤੇ ਭਾਰੀ ਮੁਸੀਬਤ ਜਰੇਗਾ। ਖਾਏ ਜਾਏ ਕੋ ਬਿਨ ਰਖਵਾਰੀ। ਤੇ ਉਹਦੀ ਬਿਨਾਂ ਰਖਵਾਲੀ ਕਰਨ ਤੋਂ, ਉਹਦੀ ਰੱਖਿਆ ਕਰਨ ਤੋਂ ਬਿਨਾਂ ਕਿਵੇਂ ਕੋਈ ਉਹਨੂੰ ਬਚਾਏਗਾ? ਉਹਨੂੰ ਤੇ ਜੰਗਲੀ ਜਾਨਵਰ ਨਾ ਕੋਈ ਖਾ ਜਾਂਦਾ ਹੋਵੇ, ਕਿਉਂਕਿ ਜੰਗਲ ਵਿੱਚ ਬੈਠਾ ਤਪ ਕਰ ਰਿਹਾ ਹੈ। ਉਹਦੀ ਰਖਵਾਲੀ ਕੌਣ ਕਰੇਗਾ ਮੇਰੇ ਪੁੱਤਰ ਦੀ? ਕਰੁਣਾ ਬੈਣ ਸੁਨੇ ਮਨ ਰਾਈ। ਜਦੋਂ ਰਾਜਾ ਜੀ ਦੇ ਬਚਨ ਸੁਣੇ ਨਾ ਸਾਰੇ ਮੁਨੀਆਂ ਦੇ ਰਾਜੇ ਨਾਰਦ ਮੁਨੀ ਜੀ ਨੇ, ਏਤ ਪ੍ਰਬੋਧਨ ਗਿਰਾ ਅਲਾਈ। ਤੇ ਰਾਜੇ ਦੇ ਦਿਲ ਨੂੰ ਧੀਰਜ ਦੇਣ ਵਾਸਤੇ ਨਾਰਦ ਮੁਨੀ ਜੀ ਨੇ ਆਪਣੀ ਰਸਨਾ ਤੋਂ ਕੁਝ ਬਚਨ ਐਲਾ ਕੇ ਬੋਲ ਕੇ ਕਿਹਾ, ਸੁਤ ਕੇ ਹੇਤ ਨਾ ਸੋਚ ਰਜਾਨਾ। ਹੇ ਰਾਜਨ, ਆਪਣੇ ਪੁੱਤਰ ਦੇ ਮੋਹ ਦੀ ਚਿੰਤਾ ਵਿੱਚ ਪੈ ਕੇ ਐਵੇਂ ਦੁਖੀ ਪਰੇਸ਼ਾਨ ਨਾ ਹੋ। ਆਪਣੀ ਸੋਚ ਨਾ ਇਸ ਤਰ੍ਹਾਂ ਦੀ ਬਣਾ, ਚਿੰਤਾ ਨਾ ਕਰ, ਪੁੱਤਰ ਤੋਂ ਮੋਹ ਵਿੱਚ ਨਾ ਆ ਤੇ ਅਕਾਲ ਪੁਰਖ ਦਾ ਨਾਮ ਜਪ। ਇਹ ਰਿਖੀ ਜੀ ਨੇ ਬਚਨ ਰਾਜੇ ਨੂੰ ਆਖੇ। ਈਸ਼ਵਰ ਬਸੈ ਸਰਬ ਇਸ ਥਾਨਾ। ਸਾਨੂੰ ਇਹ ਚੰਮ ਦ੍ਰਿਸ਼ਟੀ ਨਾਲ ਦਿਸਦਾ ਨਹੀਂ ਰਾਜਨ। ਅਕਾਲ ਪੁਰਖ ਵਾਹਿਗੁਰੂ ਰਖਵਾਲੀ ਕਰਨ ਵਾਲਾ ਉਹ ਤੇ ਹਰੇਕ ਥਾਂ ਤੇ ਮੌਜੂਦ ਹੈ, ਪਰ ਸਾਨੂੰ ਨਹੀਂ ਦਿਸਦਾ। ਅੱਖਾਂ ਵਾਲਿਆਂ ਨੂੰ ਦਿਸਦਾ, ਜਿਨ੍ਹਾਂ ਕੋਲ ਗਿਆਨ ਦੀਆਂ ਅੱਖਾਂ ਨੇ, ਗਿਆਨ ਦੇ ਚਕਸ਼ੂ ਨੇ, ਉਹ ਵੇਖ ਲੈਂਦੇ ਆ। ਸਾਨੂੰ ਚੰਮ ਦ੍ਰਿਸ਼ਟੀ ਨਾਲ ਦਿਸਦਾ ਨਹੀਂ। ਪੁੱਤਰ ਦੀ ਚਿੰਤਾ ਨਾ ਕਰ, ਰਖਵਾਲੀ ਕਰਨ ਵਾਲਾ ਵਾਹਿਗੁਰੂ
ਹਰੇਕ ਥਾਂ ਤੇ ਭਗਵਾਨ ਈਸ਼ਰ ਮਾਲਕ ਆਪ ਨਿਵਾਸ ਰੱਖਦੇ ਨੇ। ਬਨ ਮੈਂ ਸ਼ਿਸ਼ ਕਰ ਹੈ ਤਪ ਭਾਰੀ। ਇਹ ਰਾਜਨ ਜਿਹੜਾ ਤੁਹਾਡਾ ਪੁੱਤਰ ਹੈ ਨਾ, ਉਹ ਤੇ ਜੰਗਲ ਵਿੱਚ ਭਾਰੀ ਤਪ ਕਰ ਰਿਹਾ ਹੈ, ਭਾਵ ਘੋਰ ਤਪੱਸਿਆ ਕਰ ਰਿਹਾ, ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਕਰ ਰਹੇ ਨੇ। ਲੋਕਪਾਲ ਤੇ ਉੱਚ ਅਧਿਕਾਰੀ। ਰਾਜਨ ਇੱਕ ਮੇਰੀ ਗੱਲ ਸੁਣੋ, ਜਦੋਂ ਤੁਹਾਡਾ ਪੁੱਤਰ ਭਗਤੀ ਕਰਕੇ ਆਏਗਾ ਨਾ, ਉਹ ਤੇ ਰਾਜਿਆਂ ਵਿੱਚੋਂ ਵੱਡਾ ਬਾਦਸ਼ਾਹ ਤੇ ਵੱਡੇ ਤੋਂ ਵੱਡੇ ਲੋਕ ਵੀ ਉਹਦਾ ਸਤਿਕਾਰ ਕਰਨਗੇ। ਉਹ ਲੋਕਾਂ ਵਿੱਚ ਉੱਚਾ ਹੋਵੇਗਾ, ਵਡਿਆਈ ਵਾਲਾ ਹੋਵੇਗਾ। ਪੁੱਤਰ ਦੇ ਮੋਹ ਦੀ ਚਿੰਤਾ ਨਾ ਕਰ। ਜਿਸ ਪਾਸੇ ਤੇਰਾ ਪੁੱਤਰ ਲੱਗਾ ਹੈ ਨਾ, ਭਗਤੀ ਵਾਲੇ ਪਾਸੇ, ਉਹ ਤੇ ਸਾਰੇ ਲੋਕਾਂ ਵਿੱਚੋਂ ਉੱਚਾ ਗਿਣਿਆ ਜਾਏਗਾ। ਪੂਰਨ ਦਿਵਸ ਆਏ ਤਬ ਪਾਸਾ। ਰਾਜਨ ਥੋੜੇ ਦਿਨਾਂ ਦੀ ਹੋਰ ਉਡੀਕ ਕਰਨੀ ਪੈਗੀ। ਥੋੜੇ ਦਿਨਾਂ ਮਗਰੋਂ ਹੀ ਧਰੂ ਜੀ ਨੇ, ਤੁਹਾਡੇ ਪੁੱਤਰ ਨੇ ਤੁਹਾਡੇ ਪਾਸ ਪਹੁੰਚ ਜਾਣਾ ਹੈ। ਜਗ ਮੈਂ ਕਰਹਿ ਸੁਜਸ ਪ੍ਰਕਾਸ਼ਾ। ਤੇ ਉਹ ਜਗਤ ਵਿੱਚ ਆਪਣਾ ਸੁੰਦਰ ਸ੍ਰੇਸ਼ਟ ਉਹਨਾਂ ਦਾ ਪ੍ਰਕਾਸ਼ ਹੋਵੇਗਾ, ਭਾਵ ਕੀਰਤੀ ਹੋਵੇਗੀ, ਉਹਨਾਂ ਦਾ ਜਸ ਹੋਵੇਗਾ। ਸਾਰੇ ਜਗਤ ਦੇ ਲੋਕ ਉਹਨਾਂ ਦਾ ਜਸ ਕਰਿਆ ਕਰਨਗੇ। ਆਸ ਪ੍ਰਕਾਰ ਕਹਿ ਮੁਨੀ ਪਿਆਨਾ। ਇਸ ਪ੍ਰਕਾਰ ਧਰੂ ਜੀ ਦੇ ਪਿਤਾ ਜੀ ਦੇ ਨਾਲ ਬਚਨ ਬਿਲਾਸ ਕਰਕੇ ਤੇ ਨਾਰਦ ਮੁਨੀ ਜੀ ਪਿਆਨਾ ਕਰ ਗਏ, ਭਾਵ ਰਾਜੇ ਕੋਲੋਂ ਚਲੇ ਗਏ। ਤਜਿਉ ਰਾਜ ਨਿਜ ਸੋਚ ਰਜਾਨਾ। ਇਧਰ ਕਵੀ ਜੀ ਕਹਿੰਦੇ ਪੁੱਤਰ ਮੋਹ ਕਿੰਨਾ ਪ੍ਰਬਲ ਭਾਰੀ ਹੈ ਕਿ ਰਾਜਾ ਰਾਜ ਪ੍ਰਬੰਧ ਦੀਆਂ ਸੋਚਾਂ ਛੱਡ ਕੇ ਤੇ ਆਪਣੇ ਪੁੱਤਰ ਦੀ ਸੋਚ ਚਿੰਤਾ ਵਿੱਚ ਹੈ। ਪ੍ਰਵਤ ਹੈ ਕਰਨ ਲਗਿਓ ਤਪ ਭਾਰੀ। ਉਧਰ ਜੰਗਲ ਵਿੱਚ ਧਰੂ ਜੀ ਬਹੁਤ ਭਾਰੀ ਤਪ ਅਕਾਲ ਪੁਰਖ ਦੀ ਬੰਦਗੀ ਕਰਨ ਲੱਗ ਪਏ। ਤੀਸਰਾ ਦਿਨ ਫਲ ਖਾਏ ਆਹਾਰੀ। ਤੇ ਸਾਧ ਸੰਗਤ ਤੀਸਰੇ ਦਿਨ ਸਰੀਰ ਨੂੰ ਚੱਲਦਾ ਰੱਖਣ ਵਾਸਤੇ ਫਲਾਂ ਦਾ ਆਹਾਰ ਖਾਂਦੇ ਨੇ, ਭਾਵ ਤੀਸਰੇ ਦਿਨ ਫਲ ਆਦਿਕ ਖਾਂਦੇ ਹਨ। ਪੂਜਤ ਜੋ ਇਹ ਇੱਕ ਮਾਸ ਬਿਤਾਇਓ। ਜਦੋਂ ਰੱਬ ਜੀ ਦੀ ਬੰਦਗੀ ਕਰਦਿਆਂ ਨੂੰ ਨਾ ਇੱਕ ਮਹੀਨੇ ਦਾ ਸਮਾਂ ਬਤੀਤ ਹੋਇਆ। ਦੂਸਰ ਮਾਣ ਤ੍ਰਿਣਨ ਕੋ ਖਾਇਓ। ਤੇ ਦੂਸਰੇ ਮਹੀਨੇ ਸਾਧ ਸੰਗਤ ਆਪਣੇ ਸਰੀਰ ਨੂੰ ਚੱਲਦਾ ਰੱਖਣ ਵਾਸਤੇ ਘਾਹ ਆਦਿਕ ਦੀਆਂ ਤਿੜਾਂ ਨੂੰ ਖਾਣਾ ਸ਼ੁਰੂ ਕਰ ਦਿੱਤਾ। ਸੂਕੇ ਪਰਨ ਤੀਸਰੇ ਮਾਸਾ। ਜਦੋਂ 3 ਮਹੀਨੇ ਦਾ ਸਮਾਂ ਲੰਘਿਆ ਬੰਦਗੀ ਕਰਦਿਆਂ, ਤੇ ਰੁੱਖਾਂ ਦੇ ਜੰਗਲ ਦੇ ਰੁੱਖਾਂ ਦੇ ਜਿਹੜੇ ਸੁੱਕੇ ਪੱਤੇ ਨੇ ਉਹ ਖਾਂਦੇ ਹਨ। ਖਾਏ ਰਹਿ ਸਿਮਰੈ ਸੁਖ ਰਾਸਾ। ਤੇ ਸਾਧ ਸੰਗਤ ਇੰਨੀ ਸਿੰਪਲ ਖਾਣਾ ਖਾਂਦੇ ਨੇ, ਭਾਵ ਸੁੱਕੇ ਪੱਤੇ ਖਾਂਦੇ ਨੇ, ਕਦੀ ਘਾਹ ਦੀਆਂ ਤਿੜਾਂ ਖਾਂਦੇ ਨੇ। ਇਹ ਕੁਝ ਖਾਂਦਿਆਂ ਬੰਦਗੀ ਕਰਦਿਆਂ ਕਦੀ ਅਹਿਸਾਨ ਨਹੀਂ ਕੀਤਾ। ਤੇ ਸਾਧ ਸੰਗਤ ਸਿਮਰਦੇ ਕਿਸ ਨੂੰ ਨੇ? ਸੁੱਖਾਂ ਦੀ ਰਾਸ ਪ੍ਰਭੂ ਨੂੰ। ਤੇ ਸਿੰਪਲ ਜਿਹਾ ਖਾਣਾ ਖਾਂਦੇ ਨੇ, ਸਿੰਪਲ ਸਰੀਰ ਵਾਸਤੇ ਖੁਰਾਕ ਲੈਂਦੇ ਨੇ, ਤੇ ਹਰ ਦਿਨ ਹਰ ਰੋਜ਼ ਚਾਹ ਦੇ ਨਾਲ ਉਸ ਸੁੱਖ ਦੇਣ ਵਾਲੇ ਪ੍ਰਭੂ ਨੂੰ ਯਾਦ ਕਰਦੇ ਨੇ। ਨਵਮੈ ਦਿਵਸ ਪਾਏ ਮੁਖ ਸੋਊ। ਸਾਧ ਸੰਗਤ ਕਵੀ ਜੀ ਕਹਿੰਦੇ ਨੇ 9ਵੇਂ ਦਿਨ, ਪਹਿਲਾਂ ਤੇ ਤੀਸਰੇ ਦਿਨ ਸੀ, ਫਿਰ ਸਾਧ ਸੰਗਤ ਦੂਸਰੇ ਮਹੀਨੇ ਸੁੱਕੇ ਪੱਤੇ, ਤੇ ਫਿਰ 9ਵੇਂ ਦਿਨ ਜਦੋਂ ਸਮਾਂ ਹੋਰ ਲੰਘਿਆ ਤੇ ਕੁਝ ਨਾ ਕੁਝ ਆਪਣੇ ਮੁਖ ਵਿੱਚ ਖਾਣ ਨੂੰ ਪਾਉਂਦੇ ਨੇ। ਨੀਰ ਪਰਨ ਸੁਕੇ ਹੈ ਜੋ। ਜਿਹੜੇ ਸੁੱਕੇ ਪੱਤੇ ਨੇ ਪਹਿਲੇ ਤੀਸਰੇ ਦਿਨ ਸੀ, ਮੁੜ ਕੇ ਸਾਧ ਸੰਗਤ 9ਵੇਂ ਦਿਨ ਬੰਦਗੀ ਕਰਦਿਆਂ ਛਕਦੇ ਨੇ। ਚੌਥੋ ਮਾਸ ਬਾਹੁਰ ਜਾਬੇ ਆਇਓ। ਜਦੋਂ ਇਸ ਤਰ੍ਹਾਂ ਬੰਦਗੀ ਕਰਦਿਆਂ ਕਰਦਿਆਂ ਚੌਥਾ ਮਹੀਨਾ ਆ ਗਿਆ। ਦੁਆਦਸ ਦਿਵਸਨ ਮੈਂ ਤਬ ਖਾਇਓ। ਦੁਆਦਸ ਕਹੀਏ 12 ਦਿਨਾਂ ਬਾਅਦ ਫਿਰ ਕੁਝ ਨਾ ਕੁਝ ਖਾਂਦੇ ਹਨ, ਭਾਵ ਬੰਦਗੀ ਕਰਨ ਵਾਲੇ
ਸਾਧ ਸੰਗਤ ਦੁਨੀਆ ਦੇ ਲੋਕਾਂ ਵਾਂਗੂ ਜ਼ਬਾਨ ਦੇ ਚਸਕੇ ਨਹੀਂ ਰੱਖਦੇ। ਬੰਦਗੀ ਕਰਨ ਵਾਲੇ ਸਿੰਪਲ ਤੋਂ ਸਿੰਪਲ ਖਾ ਕੇ ਵੀ ਉਸ ਸੁਖ ਦਾਤੇ ਨਾਲ ਜੁੜੇ ਰਹਿਣ ਦੀ ਸਿੱਖ ਅੰਦਰ ਜਾਰੀ ਰੱਖਦੇ ਨੇ। ਇਸ ਤਰ੍ਹਾਂ 12 ਦਿਨ ਦਾ ਸਮਾਂ ਲੰਘਦਾ ਹੈ। ਜਦੋਂ ਚੌਥਾ ਮਹੀਨਾ ਆਰੰਭ ਹੁੰਦਾ ਹੈ ਤੇ ਧਰੂ ਜੀ 12 ਦਿਨਾਂ ਬਾਅਦ ਆਪਣੇ ਮੁਖ ਵਿੱਚ ਕੁਝ ਪਾਉਂਦੇ ਹਨ। ਮਾਸ ਪਾਂਚਵੇਂ ਪਾਉਣ ਆਹਾਰੀ। ਤੇ ਜਦੋਂ ਇਸ ਤਰ੍ਹਾਂ ਬੰਦਗੀ ਕਰਦਿਆਂ ਕਰਦਿਆਂ 5ਵਾਂ ਮਹੀਨਾ ਪ੍ਰਾਰੰਭ ਹੋਇਆ ਤੇ ਫਿਰ ਸਾਧ ਸੰਗਤ ਪਾਉਣ ਆਹਾਰੀ ਹੋ ਗਏ, ਭਾਵ ਕੁਝ ਛਕਦੇ ਨਹੀਂ ਹੈ ਤੇ ਪਾਉਣ ਆਹਾਰੀ ਹੋ ਗਏ ਨੇ। ਧਰੂ ਜੀ 5ਵੇਂ ਮਹੀਨੇ ਵਿੱਚ ਜੀਤ ਸਵਾਸ ਲੀਨੇ ਇੱਕ ਵਾਰੀ। ਉਹ ਆਪਣੇ ਮਨ ਨੂੰ ਇਕਾਗਰ ਕਰਕੇ ਨਾ ਤੇ ਇੱਕ ਵਾਰ ਉਹਨਾਂ ਨੇ ਸਵਾਸਾਂ ਨੂੰ ਜਿੱਤ ਲਿਆ, ਆਪਣੇ ਮਨ ਦੀ ਇਕਾਗਰਤਾ ਬਣਾ ਕੇ। ਏਕ ਚਰਨ ਪਰ ਹਵੈ ਕਰ ਠਾਂਡੋ। ਸਾਧ ਸੰਗਤ ਕਵੀ ਜੀ ਦੱਸਦੇ, ਜਦੋਂ ਸਮਾਂ ਲੰਘਦਾ ਜਾਂਦਾ ਹੈ ਨਾ, ਬੰਦਗੀ ਦਾ ਇੰਨਾ ਰੰਗ ਚੜ੍ਹਦਾ ਜਾਂਦਾ ਹੈ, ਇੱਕ ਪੈਰ ਉੱਪਰ ਇੱਕ ਲੱਤ ਉੱਪਰ ਹੀ ਖਲੋਤੇ ਰਹਿੰਦੇ ਨੇ। ਭਾਵ ਬੰਦਗੀ ਕਰਦਿਆਂ ਕਰਦਿਆਂ ਸਰੀਰ ਦੀ ਨਹੀਂ, ਉਸ ਸੁਖ ਦਾਤੇ ਦੀ ਪ੍ਰਵਾਹ ਵਿੱਚ ਜ਼ਿੰਦਗੀ ਜਿਉਂਦੇ ਨੇ। ਭਇਓ ਬਿਟਪ ਨਿਆਈ ਯਤ ਗਾਡੋ। ਕਵੀ ਜੀ ਨੇ ਅੱਜ ਦੇ ਇਸ ਵਕਵਾਕ ਵਿੱਚ ਕਥਨ ਕੀਤਾ ਹੈ, ਉਹ ਕਿਵੇਂ ਖਲੋਤੇ ਰਹਿੰਦੇ ਨੇ। ਜਿਵੇਂ ਬਿਰਸ਼ ਖੜਾ ਰਹਿੰਦਾ ਹੈ ਨਾ, ਇਸ ਤਰ੍ਹਾਂ ਇੱਕ ਲੱਤ ਤੇ ਖੜੇ ਹੋ ਕੇ ਰੱਬ ਜੀ ਦੀ ਬੰਦਗੀ ਨਾਲ ਜੁੜੇ ਰਹਿੰਦੇ ਨੇ। ਸਭ ਦਿਸ ਤੇ ਮਨ ਰੋਕਣ ਕੀਨੋ। ਸਭ ਦਿਸ਼ਾਵਾਂ ਤੋਂ ਮਨ ਨੂੰ ਰੋਕ ਲਿਆ, ਕਾਬੂ ਕਰ ਲਿਆ, ਭਾਵ ਮਨ ਨੂੰ ਇਕਾਗਰ ਕਰ ਲਿਆ। ਧਰੂ ਜੀ ਨੇ ਸਭ ਦਿਸ਼ਾਵਾਂ ਤੋਂ ਮਨ ਦੇ ਖਿਆਲ ਰੋਕ ਕੇ ਸ੍ਰੀ ਕਰਤਾਰ ਚਰਨ ਮਹਿ ਦੀਨੋ। ਤੇ ਸ੍ਰੀ ਕਰਤਾ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਆਪਣਾ ਮਨ ਭੇਟਾ ਕਰ ਦਿੱਤਾ। ਜੋ ਮਹਿ ਦਾਦਿਕ ਬਾਹੁਰ ਪ੍ਰਧਾਨਾ। ਜੋ ਮੈਂ ਦਾਦਕ ਬੌਰ ਪ੍ਰਧਾਨਾ। ਜੋ ਸੰਸਾਰ ਜਿਸ ਤੇ ਆਸਰੇ ਤੇ ਚੱਲਦਾ ਹੈ ਨਾ, ਸਾਧ ਸੰਗਤ ਕਵੀ ਜੀ ਨੇ ਦੱਸਿਆ ਪ੍ਰਕਿਰਤੀ, ਮਹੱਤਵ, ਅਹੰਕਾਰ ਜਿਹੜੇ ਆਦ ਜਗਤ ਦਾ ਮੂਲ ਕਾਰਨ ਹੈ। ਇਹ ਜੋ ਜਗਤ ਦਾ ਮੂਲ ਕਾਰਨ ਹੈ, ਸਭ ਕੋ ਹੈ ਆਧਾਰ ਭਗਵਾਨਾ। ਅੰਦਰ ਇਹ ਵਿਚਾਰ ਚੱਲਦੀ ਹੈ ਕਿ ਸਾਰਿਆਂ ਦਾ ਆਸਰਾ ਵਾਹਿਗੁਰੂ ਅਕਾਲ ਪੁਰਖ ਹੈ, ਜਿਹੜਾ ਸਾਰਿਆਂ ਨੂੰ ਆਸਰਾ ਦਿੰਦਾ ਹੈ। ਤੇ ਮੈਂ ਪੇਟ ਨੂੰ ਭੁੱਖਾ ਰੱਖ ਕੇ ਵੀ ਬੰਦਗੀ ਕਰਾਂਗਾ ਤੇ ਮੇਰਾ ਵੀ ਸਹਾਇਕ ਵਾਹਿਗੁਰੂ ਕਰਤਾਰ ਹੋਵੇਗਾ। ਕੋ ਧਿਆਨ ਅਡੋਲ ਸੋ ਧਰ ਕੈ। ਤੋ ਸਾਧ ਸੰਗਤ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦਾ ਬੰਦਗੀ ਦਾ ਧਿਆਨ ਕਦੀ ਡੋਲਣ ਨਹੀਂ ਦਿੰਦੇ। ਗੁਰਮੁਖਾਂ ਦਾ ਧਿਆਨ ਡੋਲਦਾ ਨਹੀਂ। ਅਡੋਲ ਧਿਆਨ ਧਰ ਕੇ ਵਾਹਿਗੁਰੂ ਜੀ ਦੀ ਇੱਕ ਮਨ ਹੋ ਕਰਕੇ ਬੰਦਗੀ ਕਰਦੇ ਹਨ। ਰਹਿਓ ਠਾਂਡ ਉਰ ਦ੍ਰਿੜਤਾ ਕਰਕੇ। ਤੇ ਮਨ ਵਿੱਚ, ਹਿਰਦੇ ਵਿੱਚ ਬੜੀ ਦ੍ਰਿੜਤਾ ਧਾਰਨ ਕਰਕੇ ਤੇ ਧਰੂ ਜੀ ਖੜੇ ਹੋ ਕੇ ਰੱਬ ਜੀ ਦੀ ਬੰਦਗੀ ਕਰਦੇ ਹਨ। ਰੋਕ ਸਵਾਸ ਜਬ ਕੀਏ ਅਸ ਕਰਨੀ। ਸਾਧ ਸੰਗਤ ਜਦੋਂ ਆਪਣੇ ਸਵਾਸਾਂ ਨੂੰ ਵੀ ਰੋਕ ਲੈਂਦੇ ਨਾ, ਕੋਈ ਸਾਸ ਖਾਲੀ ਨਹੀਂ ਜਾਵੇ। ਇਹ ਨਾ ਹੋਵੇ ਵੀ ਬੰਦਗੀ ਕਿਤੇ ਭੁੱਲ ਜਾਏ ਸਵਾਸ ਲੈਂਦਿਆਂ। ਇੱਕ ਸਾਹ ਵੀ ਨਾਮ ਜਪਣ ਵਾਲੇ ਰੁਕਣ ਨਹੀਂ ਦਿੰਦੇ ਬੰਦਗੀ ਤੋਂ ਬਗੈਰ। ਡਗਮਗ ਡੋਲ ਗਈ ਸਭ ਧਰਨੀ। ਜਦੋਂ ਇਸ ਤਰ੍ਹਾਂ ਕਈ ਵਾਰ ਸਵਾਸ ਰੋਕਦੇ ਨੇ ਤੇ ਸਾਧ ਸੰਗਤ ਡਗਮਗ ਦਾ ਅਰਥ ਹੁੰਦਾ ਡਗ ਮਗਾਉਣਾ, ਭਾਵ ਧਰਤੀ ਦੇ ਲੋਕ ਤੇ ਧਰਤੀ ਵੀ ਇਸ ਤਰ੍ਹਾਂ ਡਗ ਮਗਾਉਣ ਲੱਗ ਪਈ। ਸਭ ਕੇ ਸਵਾਸ ਰੁਕੇ ਤਿਹ ਕਾਲਾ। ਉਸ ਸਮੇਂ ਨਾ ਸਭ ਦੇ ਸਵਾਸ ਰੁਕਣ ਲੱਗ ਪੈਂਦੇ ਨੇ। ਉਸ ਸਮੇਂ ਜਦੋਂ ਭਗਤ ਜੀ ਵਾਹਿਗੁਰੂ ਧਰੂ ਜੀ ਬੰਦਗੀ ਕਰਦੇ ਆ ਨਾ, ਦ੍ਰਿੜਤਾ ਧਾਰਨ ਕਰਕੇ, ਉਸ ਵੇਲੇ ਕਵੀ ਜੀ ਕਹਿੰਦੇ ਨੇ ਕਿ ਕਈਆਂ ਦੇ ਸਵਾਸ ਜਦੋਂ ਰੁਕ ਗਏ, ਜਗ ਮੈਂ ਖਰ ਪਰ ਭਰਿਓ ਵਿਸਾਲਾ। ਤੇ ਜਗਤ ਵਿੱਚ ਘਬਰਾਹਟ ਮਚ ਗਈ, ਸਾਰੇ ਜਗਤ ਵਿੱਚ ਹਾਹਾਕਾਰ ਮਚ ਗਈ, ਭਾਵ ਬਹੁਤ ਘਬਰਾਹਟ ਹੋਈ
ਜਦੋਂ ਇਸ ਤਰ੍ਹਾਂ ਸਵਾਸ ਰੁਕਣ ਲੱਗ ਪਏ, ਇਹ ਛਿਨ ਅਮਰ ਗਏ ਏਕ ਸਰਨਾ। ਉਸ ਵਕਤ ਨਾ ਜੀ ਜਦੋਂ ਸਾਹ ਨਾ ਆਇਆ, ਪ੍ਰੋਬਲਮ ਬਣ ਗਈ, ਤੇ ਜਿਹੜੇ ਪ੍ਰਭੂ ਭਗਤ ਨੇ, ਦੇਵਤੇ ਬਿਰਤੀ ਵਾਲੇ ਲੋਕ ਨੇ, ਉਹ ਇੱਕ ਵਾਹਿਗੁਰੂ ਜੀ ਦੀ ਸ਼ਰਨ ਵਿੱਚ ਗਏ, ਜਿਹੜਾ ਸਾਰਿਆਂ ਨੂੰ ਨਵਾਜਣ ਵਾਲਾ ਹੈ। ਇਕ ਮਨ ਹੋਇਆ ਬਹੁ ਬਿਦ ਜਸ ਬਰਨਾ। ਤੇ ਉਹਨਾਂ ਨੇ ਮਾਲਕ ਦੀ ਹਜ਼ੂਰੀ ਵਿੱਚ ਪਹੁੰਚ ਕੇ ਇੱਕ ਮਨ ਹੋ ਕੇ ਨਾ, ਸੁਰਤੀ ਜੋੜ ਕੇ, ਤੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਕਈ ਤਰ੍ਹਾਂ ਜਸ ਕਰਨਾ ਆਰੰਭ ਕੀਤਾ। ਹੇ ਈਸ਼ਵਰ ਕਿਉਂ ਰੁਕ ਗਏ ਸਵਾਸਾ। ਤੇ ਵਾਹਿਗੁਰੂ ਜੀ ਨੇ ਪੁੱਛਿਆ, ਭਾਈ ਕਿਵੇਂ ਆਉਣਾ ਹੋਇਆ? ਤੇ ਕਹਿਣ ਲੱਗੇ, ਹੇ ਵਾਹਿਗੁਰੂ ਜੀ, ਈਸ਼ਵਰ ਜੀ, ਸਾਡੇ ਸਵਾਸ ਕਿਉਂ ਰੁਕੇ ਨੇ? ਕਿਉਂ ਰੁਕਦੇ ਹਨ ਸਵਾਸ? ਦੁਖਿਓ ਜਗਤ ਦੀਜੈ ਸੁਖ ਰਾਸਾ। ਹੇ ਸੁਖ ਦੇਣ ਵਾਲੇ ਪ੍ਰਭੂ ਜੀ, ਜਗਤ ਦੇ ਲੋਕ ਦੁਖਦੇ ਨੇ, ਤੇ ਤੁਸੀਂ ਤੇ ਸੁਖ ਦੇਣ ਵਾਲੇ ਜੇ, ਸੁਖ ਦੇਣ ਵਾਲੇ ਦਾਤਾ, ਤਾਂ ਤੁਹਾਡੇ ਕੋਲ ਆਏ ਆ ਕਿ ਸਾਡੇ ਲੋਕਾਂ ਦੇ ਸਵਾਸ ਕਿਉਂ ਰੁਕੇ ਹਨ। ਸ੍ਰੀ ਭਗਵੰਤ ਕਹੀ ਤਬ ਬਾਨੀ। ਉਸ ਵਕਤ ਸ਼੍ਰੀ ਵਾਹਿਗੁਰੂ ਜੀ, ਭਗਵੰਤ ਵਾਹਿਗੁਰੂ ਜੀ ਨੇ ਬਚਨ ਕਿਹਾ। ਹਰੀ ਪ੍ਰਮਾਤਮਾ ਜੀ ਨੇ ਉਸ ਵਕਤ ਗਏ ਹੋਏ ਸਤਿਪੁਰਖਾਂ ਨੂੰ ਕੁਝ ਇਸ ਤਰ੍ਹਾਂ ਬਚਨ ਕਿਹਾ। ਮਤ ਪੈ ਕਰੋ ਹੋਏ ਦੁਖ ਹਾਨੀ। ਕਹਿਣ ਲੱਗੇ, ਭਾਈ ਤੁਸੀਂ ਡਰੋ ਮਤਾਂ, ਡਰੋ ਨਾ, ਤੇ ਜਿਹੜੇ ਦੁੱਖ ਨੇ ਨਾ ਤੁਹਾਡੇ, ਇਹ ਖਤਮ ਕਰਨ ਵਾਸਤੇ ਹੀ ਇਹ ਸਾਰਾ ਕਾਰਜ ਰਚਿਆ ਗਿਆ ਹੈ। ਤੁਸੀਂ ਵੀ ਪ੍ਰਭੂ ਦੀ ਬੰਦਗੀ ਕਰਦੇ ਹੋ, ਮਾਲਕ ਜੀ ਨੂੰ ਯਾਦ ਕਰਦੇ ਹੋ, ਤੇ ਤੁਹਾਡੇ ਦੁੱਖ ਖਤਮ ਕਰਨ ਵਾਸਤੇ, ਦੁੱਖ ਮੁਕਾਉਣ ਵਾਸਤੇ ਤੁਸੀਂ ਮਤਾਂ ਡਰੋ। ਇਹ ਸਭ ਕੁਝ ਹੋਇਆ ਹੈ। ਬਾਲ ਭਗਤ ਮਮ ਆਤ ਹਠ ਧਾਰੀ। ਉਹਨਾਂ ਗਏ ਹੋਏ ਗੁਰਮੁਖ ਮਹਾਂਪੁਰਖਾਂ ਨੂੰ ਵਾਹਿਹਰੀ ਜੀ ਨੇ ਕਿਹਾ, ਪ੍ਰਮਾਤਮਾ ਜੀ ਨੇ ਕਿਹਾ ਵੀ ਸਾਡਾ ਇੱਕ ਬਾਲ ਛੋਟੀ ਉਮਰ ਦਾ ਭਗਤ ਹੈ। ਇਹ ਉਹਨਾਂ ਨੇ ਆਪਣਾ ਬੜਾ ਮਨ ਦਾ ਹੱਠ ਧਾਰਨ ਕਰਕੇ ਨਾ, ਬੜੀ ਦ੍ਰਿੜਤਾ ਨਾਲ, ਬੜੇ ਸਿਦਕ ਦੇ ਨਾਲ ਉਹ ਸਾਡੀ ਬੰਦਗੀ ਕਰ ਰਹੇ ਨੇ। ਕੀਰਨ ਦੁਰਾਸਦ ਤਪ ਜੇ ਭਾਰੀ। ਤੇ ਉਹ ਸਾਡੇ ਲੋਕਾਂ ਦਾ, ਤੁਹਾਡੇ ਲੋਕਾਂ ਦਾ ਦੁੱਖ ਦੂਰ ਕਰਨ ਵਾਸਤੇ ਨਾ, ਤੇ ਉਹਨਾਂ ਨੇ ਪ੍ਰਭੂ ਜੀ ਦੀ ਬੰਦਗੀ ਆਰੰਭ ਕੀਤੀ ਹੈ। ਤੇ ਜੇ ਭਾਰੀ ਤਪ ਕਰ ਰਹੇ ਨੇ ਲੋਕਾਂ ਦਾ ਦੁੱਖ ਦੂਰ ਕਰਨ ਵਾਸਤੇ। ਅਬ ਮੈਂ ਜਾਓ ਤਾਹੇ ਕੇ ਪਾਸਾ। ਤੇ ਹੁਣ ਅਸੀਂ ਉਸ ਦੇ ਪਾਸ ਜਾਵਾਂਗੇ ਜਿਹੜਾ ਸਾਡਾ ਬਾਲਕ ਭਗਤ ਬੰਦਗੀ ਕਰ ਰਿਹਾ ਹੈ। ਅਸੀਂ ਹੁਣ ਉਸ ਦੇ ਪਾਸ ਜਾਵਾਂਗੇ। ਸਭ ਕੋ ਛੂਟੈ ਰੋਕਣ ਸਵਾਸਾ। ਜਿਹੜੇ ਤੁਹਾਡੇ ਸਵਾਸ ਰੁਕੇ ਨਾ, ਉਹ ਚੱਲ ਪੈਣਗੇ, ਤੁਹਾਡੇ ਸਾਹ ਚੱਲ ਪੈਣਗੇ, ਤੁਹਾਨੂੰ ਸੁੱਖ ਮਿਲੇਗਾ। ਹੁਣ ਅਸੀਂ ਆਪਣੇ ਬਾਲਕ ਭਗਤ ਦੇ ਪਾਸ ਚੱਲੇ ਹਾਂ। ਸੁਣ ਇਮ ਬਾਣੀ ਅਮਰ ਪਧਾਰੇ। ਇਸ ਤਰ੍ਹਾਂ ਅੰਮ੍ਰਿਤ ਬਚਨ ਸੁਣ ਕੇ ਨਾ ਪ੍ਰਭੂ ਜੀ ਤੋਂ, ਤੇ ਜਿਹੜੇ ਪ੍ਰਭੂ ਜੀ ਦੇ ਭਗਤ ਸਨ ਉਹ ਚਲੇ ਗਏ। ਜਹ ਤਹ ਤਿਹਨ ਕੇ ਹੁਤੇ ਬਸਾਰੇ। ਜਿੱਥੇ ਕਿਤੇ ਵੀ ਕਿਸੇ ਦਾ ਵਸੇਬਾ ਸੀ, ਆਪੋ ਆਪਣੇ ਟਿਕਾਣਿਆਂ ਤੇ ਪ੍ਰਭੂ ਦੀ ਬੰਦਗੀ ਕਰਨ ਵਾਲੇ ਚਲੇ ਗਏ। ਸ੍ਰੀ ਭਗਵੰਤ ਚੜੇ ਉਰਗਾਰੀ। ਤੇ ਸ੍ਰੀ ਵਾਹਿਗੁਰੂ ਜੀ ਨੇ ਗਰੜ ਦੀ ਸਵਾਰੀ ਕਰ ਲਈ। ਆਏ ਜਹਾਂ ਕਰਹਿ ਤਪ ਭਾਰੀ। ਜਿੱਥੇ ਧਰੂ ਜੀ ਭਾਰੀ ਤਪ ਕਰ ਰਹੇ ਸਨ, ਉੱਥੇ ਭਗਵਾਨ ਜੀ ਪਹੁੰਚ ਗਏ। ਮਨ ਇੰਦਰੀ ਕਰ ਅਚਲ ਸਮਾਧੀ। ਤੇ ਮਨ ਇੰਦਰੀਆਂ ਕਰਕੇ, ਭਾਵ ਇਕਾਗਰਤਾ ਸਹਿਤ, ਤੇ ਸਾਧ ਸੰਗਤ ਜਿਹੜੀ ਚਲਾਏਮਾਨ ਹੋਣ ਵਾਲਾ ਨਹੀਂ, ਭਾਵ ਅਟਲ ਸਮਾਧੀ ਵਿੱਚ ਜਿੱਥੇ ਧਰੂ ਜੀ ਜੁੜੇ ਨੇ, ਉੱਥੇ ਸ੍ਰੀ ਭਗਵਾਨ ਜੀ ਪਹੁੰਚ ਗਏ। ਕੇਵਲ ਕੇਸ਼ਵ ਚਰਨ ਆਰਾਧੀ। ਤੇ ਸ੍ਰੀ ਧਰੂ ਜੀ ਕੇਵਲ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦੀ ਆਰਾਧਨਾ ਕਰ ਰਹੇ ਸਨ, ਭਾਵ ਪਰਮੇਸ਼ਵਰ ਜੀ ਨੂੰ ਯਾਦ ਕਰ ਰਹੇ ਨੇ, ਜਿਸ ਥਾਂ ਤੇ ਬੈਠ ਕੇ ਹਿਰਦੇ ਸਰੂਪ ਬਸਾਏ ਅਨੂਪਾ। ਤੇ ਸ੍ਰੀ ਧਰੂ ਜੀ ਨੇ ਉਪਮਾ ਰਹਿਤ ਪ੍ਰਭੂ ਜੀ ਦਾ ਸਰੂਪ ਆਪਣੇ ਹਿਰਦੇ ਵਿੱਚ ਵਸਾਇਆ ਹੈ। ਨਹੀਂ ਵਹਿਰ ਕੋ ਪਿਖੈ ਸਰੂਪਾ। ਤੇ ਉਹ ਬਾਹਰ ਹੋਰ ਕਿਸੇ ਸਰੂਪ ਨੂੰ ਨਹੀਂ ਵੇਖਦੇ,
ਭਾਵ ਅੰਤਰ ਧਿਆਨ ਹੋ ਕੇ ਅਕਾਲ ਪੁਰਖ ਦੀ ਬੰਦਗੀ ਨਾਲ ਜੁੜਦਿਆਂ ਆਪਣੇ ਅੰਤਰੀ ਧਿਆਨ ਹੁੰਦੇ ਨੇ ਤੇ ਬਾਹਰ ਕਿਸੇ ਨੂੰ ਜਾਂ ਕਿਸੇ ਰੂਪ ਨੂੰ ਹੋਰ ਨਹੀਂ ਤੱਕਦੇ। ਜਬ ਸ੍ਰੀ ਹਰਿ ਕੀ ਅੰਤਰ ਧਿਆਨੇ, ਜਦੋਂ ਸ੍ਰੀ ਹਰੀ ਜੀ ਦਾ ਅੰਤਰ ਧਿਆਨ ਕੀਤਾ, ਅਕਾਲ ਪੁਰਖ ਜੀ ਦਾ ਸਿਮਰਨ ਕਰਦਿਆਂ ਅੰਤਰ ਧਿਆਨ ਹੋਏ ਨੇ ਸ੍ਰੀ ਧਰੂ ਜੀ। ਤਬ ਪੰਕਜ ਸੇ ਨੈਣ ਖੁਲਾਨੇ, ਜਦੋਂ ਅਕਾਲ ਪੁਰਖ ਜੀ ਦੀ ਕਿਰਪਾ ਨਾਲ ਅੰਤਰ ਧਿਆਨ ਹੋਏ ਨਾ ਧਰੂ ਜੀ, ਬੰਦਗੀ ਕਰਦਿਆਂ ਕਰਦਿਆਂ ਤੇ ਵਾਹਿਗੁਰੂ ਉੱਥੇ ਪਹੁੰਚ ਜਾਂਦੇ ਆ। ਉਹਨਾਂ ਆਪਣਾ ਸਰੂਪ ਜਿਹੜਾ ਸੀ ਲੈ ਲਿਆ ਤੇ ਸਾਧ ਸੰਗਤ ਫਿਰ ਸ੍ਰੀ ਧਰੂ ਜੀ ਨੇ ਆਪਣੇ ਨੈਣਾਂ ਨੂੰ ਖੋਲਿਆ, ਅੱਖਾਂ ਖੋਲ ਕੇ ਵੇਖਿਆ। ਸੋ ਸਰੂਪ ਟਿਗ ਬਾਹਰ ਦੇਖਾ, ਮਨ ਵਿੱਚ ਆਇਆ ਵੀ ਜਿਨ੍ਹਾਂ ਦਾ ਅੰਤਰ ਧਿਆਨ ਮੈਂ ਕੀਤਾ ਉਹ ਤੇ ਮੈਨੂੰ ਹੁਣ ਵਾਹਿਗੁਰੂ ਜੀ ਦਾ ਰੂਪ ਬਾਹਰ ਹੀ ਦਿਖਦਾ ਹੈ। ਪਰਿਓ ਦੰਡਵਤ ਪ੍ਰੇਮ ਵਿਸ਼ੇਖਾ, ਤੇ ਬੜੇ ਪ੍ਰੇਮ ਸਹਿਤ ਹੋ ਕੇ ਨਾ ਧਰੂ ਜੀ ਨੇ ਨਮਸਕਾਰ ਕੀਤੀ, ਚਰਨ ਬੰਦਨਾ ਕੀਤੀ। ਪਰ ਲੋਚਨ ਪਰ ਰੂਪ ਨਿਹਾਰਾ, ਤੇ ਫਿਰ ਸ੍ਰੀ ਧਰੂ ਜੀ ਨੇ ਆਪਣੇ ਨੇਤਰ ਭਰ ਕੇ ਨਾ ਅੱਖਾਂ ਭਰ ਭਰ ਕੇ ਉਸ ਵਾਹਿਗੁਰੂ ਜੀ ਦੇ ਭਗਵਾਨ ਜੀ ਦੇ ਰੂਪ ਨੂੰ ਨਿਹਾਰਾ ਕਹੀਏ ਵੇਖਿਆ। ਚਹਿਤ ਅਲਿੰਗਨ ਸ੍ਰੀ ਕਰਤਾਰਾ, ਸ੍ਰੀ ਕਰਤਾਰ ਵਾਹਿਗੁਰੂ ਜੀ ਨੂੰ ਜਦੋਂ ਦੇਖਿਆ, ਸ੍ਰੀ ਕਰਤਾਰ ਵਾਹਿਗੁਰੂ ਜੀ ਦੇ ਜਦੋਂ ਦਰਸ਼ਨ ਕੀਤੇ। ਉਸਤਤ ਕਰਨਾ ਸਖਤ ਮਤ ਥੋਰੀ, ਕਹਿੰਦੇ ਉਸਤਤ ਕਰਨ ਨੂੰ ਚਿੱਤ ਕਰਦਾ ਪਰ ਮਤ ਛੋਟੀ ਹੋਣ ਕਰਕੇ, ਭਾਵ ਥੋੜੀ ਮਤ ਦੇ ਨਾਲ ਸੰਪੂਰਨ ਉਸਤਤ ਨਹੀਂ ਕਰ ਸਕੇ। ਇੱਛਾ ਅਧਿਕ ਰਹਿਓ ਕਰ ਜੋਰੀ, ਪਰ ਜਿਹੜੀ ਅੰਦਰ ਇੱਛਾ ਹੈ ਨਾ ਉਹ ਭਗਤੀ ਕਰਨ ਦੀ ਬਹੁਤ ਜੋਰੀ, ਭਾਵ ਬਹੁਤ ਅੰਦਰ ਇੱਛਾ ਭਗਤੀ ਦੀ ਬਹੁਤ ਇੱਛਾ ਹੈ, ਪਰ ਪੂਰਨ ਰੂਪ ਵਿੱਚ ਉਸਤਤ ਨਹੀਂ ਹੁੰਦੀ। ਜਦੋਂ ਸਾਹਮਣੇ ਦਰਸ਼ਨ ਕੀਤੇ ਨੇ ਪਰ ਸਾਧ ਸੰਗਤ ਦਿਲ ਵਿੱਚ ਇੱਛਾ ਬਹੁਤ ਜ਼ਿਆਦਾ ਹੈ। ਸ੍ਰੀ ਹਰਿ ਜਾਣ ਗਏ ਉਰਤਾਹਾ, ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਜਾਣ ਗਏ, ਉਹਦੇ ਹਿਰਦੇ ਨੂੰ ਜਾਣ ਲਿਆ ਵੀ ਇਸ ਦੇ ਹਿਰਦੇ ਦੇ ਅੰਦਰ ਉਮੰਗ ਬੜੀ ਭਗਤੀ ਦੀ ਹੈ। ਨਿਜ ਕਰ ਸੰਖ ਕਬ ਤਬ ਹੈ ਮੁਖ ਸੁਆਹਾ, ਭਾਵ ਉਸ ਵੇਲੇ ਦੇਖਿਆ ਵੀ ਇਹ ਬੜੀ ਭਗਤੀ ਦੀ ਚਾਹਨਾ ਮਨ ਵਿੱਚ ਰੱਖਦੇ ਨੇ ਤੇ ਭਗਤੀ ਤਾਂ ਹੀ ਕਰਦੇ ਨੇ, ਅੰਦਰ ਸਿੱਖ ਹੈ। ਤਤ ਛਿਨ ਉਜਲ ਮਤ ਹੋਵੈ ਆਈ, ਉਸ ਵੇਲੇ ਨਾ ਜਦੋਂ ਭਗਤੀ ਕਰਦਿਆਂ ਦਰਸ਼ਨ ਹੋਏ ਤੇ ਜਿਹੜੀ ਮਤ ਸੀ ਪਵਿੱਤਰ ਹੋ ਗਈ, ਉਜਲ ਮਤ ਬਣ ਗਈ। ਸਾਧ ਸੰਗਤ ਵੱਡੀ ਮਤ ਵਾਲੇ ਧਰੂ ਜੀ ਬਣ ਗਏ ਨੇ। ਈਸ਼ਵਰ ਜੀਵ ਗਿਆਨ ਸਭ ਪਾਈ, ਇਹ ਗਿਆਨ ਸਾਰਾ ਪ੍ਰਾਪਤ ਕਰ ਲਿਆ। ਜੀਵ ਤੇ ਈਸ਼ਵਰ ਦਾ ਜੋ ਭੇਦ ਹੈ ਇਹਦੀ ਸਮਝ ਸੂਝ ਸਾਰੀ ਪ੍ਰਾਪਤ ਹੋ ਗਈ ਤੇ ਮਤ ਉਜਰੀ ਹੋ ਗਈ ਜੀ। ਵਰਣਨ ਕਰਨ ਲਗਾ ਗੁਣ ਰੂਰੇ, ਤੇ ਧਰੂ ਜੀ ਵਾਹਿਗੁਰੂ ਜੀ ਦੇ ਫਿਰ ਜਿਹੜੇ ਗੁਣ ਨੇ ਨਾ ਉਹਨਾਂ ਨੂੰ, ਉਪਕਾਰਾਂ ਨੂੰ, ਸੁੰਦਰ ਉਪਕਾਰਾਂ ਨੂੰ ਵਰਣਨ ਕਰਨ ਲੱਗੇ। ਭਗਤ ਭਾਉ ਉਰ ਰਹਿਓ ਸਪੂਰੇ, ਤੇ ਭਗਤੀ ਦੇ ਪ੍ਰੇਮ ਵਿੱਚ, ਭਾਵ ਭਗਤੀ ਦੇ ਪ੍ਰੇਮ ਦੇ ਸਹਿਤ ਹੋ ਕਰਕੇ ਜਦੋਂ ਅਕਾਲ ਪੁਰਖ ਦੀ ਉਸਤਤ ਕਰਨ ਲੱਗੇ ਨੇ। ਬੰਦੋ ਪਦ ਅਰਬਿੰਦ ਬਹੋਰੀ, ਤੇ ਸਾਧ ਸੰਗਤ ਇਸ ਤਰ੍ਹਾਂ ਬੰਦਗੀ ਕਰਦਿਆਂ ਕਰਦਿਆਂ ਅਕਾਲ ਪੁਰਖ ਵਾਹਿਗੁਰੂ ਭਗਵਾਨ ਜੀ ਦੇ ਚਰਨ ਬੰਦਨਾ ਤੇ ਜਿਨ ਕਰੁਣਾ ਅਸਮਤ ਭੀ ਮੋਰੀ, ਤੇ ਵਾਹਿਗੁਰੂ ਆਪ ਕਿਰਪਾ ਕਰਕੇ ਮੇਰੀ ਵੀ ਪਵਿੱਤਰ ਮਤ ਬਣ ਜਾਏ। ਇਹ ਅਰਦਾਸਾਂ ਧਰੂ ਜੀ ਕਰਦੇ ਨੇ। ਰਮਾ ਨਿਵਾਸ ਈਸ ਭਗਵੰਤਾ, ਤੇ ਸਾਧ ਸੰਗਤ ਜੋ ਲక్ష్ਮੀਪਤੀ ਹੈ ਨਾ ਵਾਹਿਗੁਰੂ, ਉਹਨਾਂ ਦਾ ਭਗਵੰਤ ਜੀ ਦਾ, ਈਸ਼ਵਰ ਜੀ ਦਾ ਨਿਵਾਸ ਅੰਤਰ ਜਾਮੀ ਸਰਬ ਅਨੰਤਾ, ਹਰ ਥਾਂ ਤੇ ਈਸ਼ਵਰ ਦਾ ਨਿਵਾਸ ਹੈ ਤੇ ਉਹ ਮੇਰਾ ਵਾਹਿਗੁਰੂ ਅੰਦਰ ਦੀਆਂ ਜਾਣਨ ਵਾਲਾ ਹੈ ਤੇ ਸਾਡੀ ਹਰ ਤਰ੍ਹਾਂ ਅੰਦਰ ਦੀ ਗੱਲ ਜਾਣਨ ਕਰਕੇ ਅੰਤਰਜਾਮੀ ਨੇ ਤੇ ਹਰ ਥਾਂ ਤੇ ਨਿਵਾਸ ਹੈ ਮੇਰੇ ਵਾਹਿਗੁਰੂ ਜੀ ਦਾ। ਜੜ ਜੰਗਮ ਮੈਂ ਵਿਆਪਕ ਸਾਰੇ, ਕਹਿਣ ਲੱਗੇ ਜਿਹੜੇ ਗੁਸਾਈ ਆ ਨਾ ਵਾਹਿਗੁਰੂ ਜੀ, ਉਹ ਹਰੇਕ ਥਾਂ ਤੇ ਜੜ ਵਿੱਚ ਵੀ ਤੇ ਜੰਗਮ ਵਿੱਚ ਵੀ, ਭਾਵ ਤੁਰਨ ਫਿਰਨ ਵਾਲੇ ਜੀਵ
ਤੇ ਜਿਹੜੇ ਇੱਕ ਥਾਂ ਤੇ ਰੁਕੀ ਬਨਸਪਤੀ ਹੈ, ਭਾਵੇਂ ਕੋਈ ਰੁਕਿਆ ਤੇ ਭਾਵੇਂ ਕੋਈ ਤੁਰਦਾ ਫਿਰਦਾ ਹੈ, ਹਰੇਕ ਥਾਂ ਵਿੱਚ ਹਰੇਕ ਵਿੱਚ ਵਾਹਿਗੁਰੂ ਮੇਰੇ ਸੱਚੇ ਪਾਤਸ਼ਾਹ ਮਾਲਕ ਜੀ ਵਿਆਪਕ ਹਨ। ਰਚੋ ਆਪ ਪੁਨ ਰਹੋ ਨਿਰਾਰੇ। ਤੇ ਸਾਰੇ ਸੰਸਾਰ ਨੂੰ ਕਾਇਮ ਕਰਕੇ ਰਚ ਕੇ ਤੇ ਮੇਰੇ ਵਾਹਿਗੁਰੂ ਜੀ ਆਪ ਵੱਖਰੇ ਹਨ। ਜੇ ਨਾ ਭਜੈ ਤਵ ਚਰਨ ਗੁਸਾਈ। ਜਿਹੜੇ ਜੀਵ ਉਸ ਮਾਲਕ ਵਾਹਿਗੁਰੂ ਜੀ ਦੇ ਧਰਤੀ ਦੇ ਸਾਈਂ, ਜੀਵਾਂ ਦੇ ਸਾਈਂ ਵਾਹਿਗੁਰੂ ਦੇ ਚਰਨਾਂ ਨੂੰ ਜਿਹੜੇ ਨਹੀਂ ਭਜਦੇ, ਭਾਵ ਜਿਹੜੇ ਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਨਹੀਂ ਜਪਦੇ, ਜਾਏ ਨਰਕ ਮੈਂ ਸੰਕਟ ਪਾਈ। ਜਿਹੜੇ ਵਾਹਿਗੁਰੂ ਜੀ ਦਾ ਨਾਮ ਨਹੀਂ ਜਪਦੇ ਉਹ ਤੇ ਨਰਕਾਂ ਦੇ ਸੰਕਟ ਵਿੱਚ ਪੈ ਜਾਂਦੇ ਹਨ। ਜੇ ਚਰਨਾਰ ਬਿੰਦ ਰਸ ਪੀਨੇ। ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਚਰਨ ਕਮਲਾਂ ਨੂੰ ਨਾਲ ਜੁੜੇ ਰਹਿੰਦੇ ਨੇ, ਰਸ ਵਿੱਚ ਭਿੱਜੇ ਰਹਿੰਦੇ ਨੇ, ਬੰਦਗੀ ਦੇ ਰਸ ਵਿੱਚ, ਵਾਹਿਗੁਰੂ ਦੇ ਚਰਨ ਕਮਲਾਂ ਦੇ ਰਸ ਵਿੱਚ, ਆਪਣੋ ਮਨ ਮਲਿੰਦ ਸਮ ਕੀਨੇ। ਤੇ ਜਿਹੜੇ ਆਪਣੇ ਮਨ ਨੂੰ ਭੌਰੇ ਦੇ ਬਰਾਬਰ ਕਰ ਲੈਂਦੇ ਆ। ਜਿਵੇਂ ਭੌਰਾ ਹੈ ਨਾ ਤੇ ਉਹ ਫੁੱਲਾਂ ਦੀ ਬਾਸ਼ਨਾ ਲੈਂਦਾ ਹੈ, ਇਸੇ ਤਰ੍ਹਾਂ ਜਿਹੜੇ ਆਪਣੇ ਮਨ ਨੂੰ ਭੌਰੇ ਵਾਂਗ ਬਣਾ ਲੈਂਦੇ ਆ ਤੇ ਵਾਹਿਗੁਰੂ ਜੀ ਦੇ ਚਰਨਾਂ ਦਾ ਰਸ ਪੀਂਦੇ ਨੇ, ਉਹਨਾਂ ਉੱਪਰ ਕੋਈ ਨਰਕਾਂ ਦਾ ਸੰਕਟ ਨਹੀਂ ਪੈਂਦਾ। ਸੋ ਸੁਖ ਪਾਵਹਿ ਅਮਿਤ ਵਿਸਾਲਾ। ਤੇ ਸਾਧ ਸੰਗਤ ਜਿਹੜੇ ਵਾਹਿਗੁਰੂ ਜੀ ਦੇ ਚਰਨਾਂ ਨਾਲ ਜੁੜਦੇ ਨੇ ਉਹ ਅਮਿਤ ਕਹੀਏ ਜਿਹੜਾ ਮਿਣਿਆ ਨਾ ਜਾ ਸਕਣ ਵਾਲਾ ਹੋਵੇ, ਵਿਸਾਲ ਬਹੁਤ ਵੱਡਾ ਉਹਨਾਂ ਗੁਰਮੁਖਾਂ ਨੂੰ ਸੁਖ ਪ੍ਰਾਪਤ ਹੁੰਦਾ ਹੈ। ਕਬ ਨਾ ਪਰੈ ਤਿਨ ਜਮ ਪਰ ਜਾਲਾ। ਉਹਨਾਂ ਦੇ ਉੱਪਰ ਜਮ ਮੌਤ ਦਾ ਕੋਈ ਪ੍ਰਭਾਵ ਨਹੀਂ ਪੈਂਦਾ, ਜਮ ਦਾ ਜਾਲ ਨਹੀਂ ਪੈਂਦਾ। ਉਹ ਜਮ ਦੇ ਜਾਲ ਵਿੱਚ ਨਹੀਂ ਪੈਂਦੇ ਜਿਹੜੇ ਅਕਾਲ ਪੁਰਖ ਦੀ ਬੰਦਗੀ ਨਾਲ ਜੁੜਦੇ ਨੇ। ਮੌਤ ਆ ਵੀ ਜਾਏ ਤੇ ਉਹ ਮੌਤ ਦੀ ਪਰਵਾਹ ਨਹੀਂ ਗਿਣਦੇ। ਬਿਨਾ ਪ੍ਰਯਾਸ ਤਰਹਿ ਸੰਸਾਰੂ। ਇਸੇ ਤਰ੍ਹਾਂ ਕਵੀ ਜੀ ਕਹਿੰਦੇ ਭਾਈ ਜਿਹੜੇ ਬੰਦਗੀ ਕਰਨ ਵਾਲੇ ਆ ਨਾ ਉਹ ਬਿਨਾ ਦੇਰੀ ਤੋਂ ਸੰਸਾਰ ਦੇ ਭਵ ਸਾਗਰ ਤੋਂ ਤਰ ਜਾਂਦੇ ਹਨ। ਅਪਰ ਉਧਾਰ ਹੈ ਨਿਜ ਸੰਗਾਰੂ। ਤੇ ਉਹ ਗੁਰਮੁਖ ਨਾਮ ਜਪਣ ਵਾਲੇ ਆਪਣੇ ਨਾਲ ਹੋਰਨਾਂ ਦਾ ਵੀ ਉਧਾਰ ਕਰ ਲੈਂਦੇ ਨੇ। ਜਿਵੇਂ ਆਪਾਂ ਜਪਜੀ ਸਾਹਿਬ ਵਿੱਚੋਂ ਵੀ ਪੜ੍ਹਦੇ ਹਨ, ਜਿਨੀ ਨਾਮ ਧਿਆਇਆ ਗਏ ਮਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਤੋ ਮਹਾਕਵੀ ਜੀ ਵੀ ਆਖਦੇ ਨੇ ਜਿਹੜੇ ਗੁਰਮੁਖ ਨਾਮ ਜਪਦੇ ਆ, ਪ੍ਰਭੂ ਭਗਤੀ ਕਰਦੇ, ਬੰਦਗੀ ਕਰਦੇ ਆ, ਉਹ ਆਪਣੇ ਨਾਲ ਕਈਆਂ ਗੁਰਮੁਖਾਂ ਦਾ ਹੋਰ ਉਧਾਰ ਕਰ ਦਿੰਦੇ ਨੇ। ਤਿਨ ਕੋ ਮੋਹਿ ਦਿਹੁ ਸਤ ਸੰਗਾ। ਉਹਨਾਂ ਨੂੰ ਵਾਹਿਗੁਰੂ ਜੀ ਕਿਰਪਾ ਕਰਕੇ ਸਾਰਿਆਂ ਨੂੰ ਆਪਣੀ ਸਤ ਸੰਗਤ ਦੀ ਦਾਤ ਦਿਓ। ਤਵ ਗੁਣ ਸੁਨੋ ਗਾਏ ਸੋ ਮੰਗਾ। ਤੇ ਮੇਰੇ ਅੰਦਰ ਵੀ ਰੀਝ ਹੈ ਵੀ ਜਿਹੜੇ ਤੁਹਾਡੀ ਸਤ ਸੰਗਤ ਵਿੱਚ ਬੈਠਦੇ ਆ ਨਾ, ਇੱਕ ਤਾਂ ਸਤ ਸੰਗੀਆਂ ਵਾਂਗ ਮੈਨੂੰ ਵੀ ਸੰਗਤ ਬਖਸ਼ੋ। ਤੇ ਸਾਧ ਸੰਗਤ ਅਗਲਾ ਬਚਨ ਹੈ ਵੀ ਉਹਨਾਂ ਦੇ ਵਾਂਗ ਮੇਰੇ ਅੰਦਰ ਵੀ ਉਮੰਗ ਚਾਹਨਾ ਪੈਦਾ ਹੋਵੇ, ਮੈਂ ਵੀ ਪ੍ਰਮਾਤਮਾ ਜੀ ਤੁਹਾਡੇ ਗੁਣਾਂ ਨੂੰ ਗਾ ਸਕਾਂ। ਇਹ ਮਨੀਖਾ ਮੋਹ ਮਨ ਜੇਤੀ। ਇਹ ਜਿਹੜੀ ਮੇਰੀ ਮੱਤ ਹੈ ਨਾ, ਜਿੰਨੀ ਮੇਰੀ ਮੱਤ ਬੁੱਧ ਹੈ, ਇਹ ਸਾਰੀ ਦੀ ਸਾਰੀ ਵਰਣਨ ਕਰੋ ਸੋ ਕੀਰਤ ਤੇਤੀ। ਇਹ ਸਾਰੀ ਮੱਤ ਦੇ ਨਾਲ ਇੱਕੋ ਮੇਰੀ ਰੀਝ ਹੈ ਵਾਹਿਗੁਰੂ, ਮੈਂ ਤੁਹਾਡੀ ਕੀਰਤ, ਜਿੰਨੀ ਕੀਰਤ ਹੈ ਨਾ, ਵੱਧ ਤੋਂ ਵੱਧ ਤੁਹਾਡੀ ਮੱਤ ਦੇ ਨਾਲ ਕੀਰਤੀ ਕਰਾਂ, ਤੁਹਾਡੇ ਗੁਣਾਂ ਦਾ ਗਾਇਨ ਕਰਾਂ, ਤੁਹਾਡੇ ਗੁਣ ਗਾਵਾਂ। ਇਹ ਮੈਨੂੰ ਵੱਡੀ ਮੱਤ ਬੁੱਧ ਦੀ ਦਾਤ ਦਿਓ। ਬ੍ਰਹਮ ਏਕ ਤੂੰ ਸਭ ਹਿਨ ਮਾਹੀ। ਸੱਚੇ ਪਾਤਸ਼ਾਹ ਤੂੰ ਸਾਰਿਆਂ ਦਾ ਹੀ ਇੱਕ ਬ੍ਰਹਮ ਸਰੂਪ ਹੈ ਮੇਰੇ ਵਾਹਿਗੁਰੂ, ਸਾਰਿਆਂ ਵਿੱਚ ਹੀ ਤੁਹਾਡਾ ਨਿਵਾਸ ਹੈ, ਇੱਕੋ ਇੱਕ ਬ੍ਰਹਮ ਹੈ ਤੇ ਸਾਰਿਆਂ ਵਿੱਚ ਹੀ ਉਹ ਵਸਦੇ ਹਨ। ਸੂਤ ਆਧਾਰ ਮਣਕ ਜਿਉ ਆਹੀ। ਕਵੀ ਜੀ ਕਹਿੰਦੇ ਜਿਵੇਂ ਮਾਲਾ ਹੁੰਦੀ ਹੈ ਨਾ, ਤੇ ਮਾਲਾ ਵਿੱਚ ਧਾਗਾ ਹੈ ਤੇ ਧਾਗਿਆਂ ਦੇ ਆਸਰੇ ਮਣਕੇ ਹੁੰਦੇ ਆ, ਇਸੇ ਤਰ੍ਹਾਂ ਸਾਰੇ ਤੇਰੇ ਆਸਰੇ ਨੇ ਵਾਹਿਗੁਰੂ ਜੀ। ਤੁਹਾਡੇ ਆਸਰੇ ਤੋਂ ਬਿਨਾਂ ਤੇ ਕੋਈ
ਰਹਿ ਹੀ ਨਹੀਂ ਸਕਦਾ, ਖਲੋ ਹੀ ਨਹੀਂ ਸਕਦਾ, ਕੁਝ ਬੋਲ ਵੀ ਨਹੀਂ ਸਕਦਾ। ਸਭ ਤੁਹਾਡਾ ਹੀ ਪ੍ਰਤਾਪ ਹੈ, ਤੁਹਾਡੀ ਕਿਰਪਾ ਦੇ ਕਰਕੇ ਸਭ ਪ੍ਰਤਾਪ ਹੈ। ਔਰ ਨਾ ਲਖੀ ਜਾਤ ਗਤ ਤੇਰੀ। ਹੋਰ ਵੀ ਤੁਹਾਡੀ ਜਿਹੜੀ ਵੱਡੀ ਬਖਸ਼ਿਸ਼ ਹੈ ਨਾ ਸੱਚੇ ਪਾਤਸ਼ਾਹ, ਉਹ ਨਹੀਂ ਗਿਣੀ ਜਾ ਸਕਦੀ, ਸਤ ਸੰਗੀਆਂ ਦੀ ਨਹੀਂ ਗਿਣੀ ਜਾ ਸਕਦੀ, ਤੇ ਤੁਹਾਡੀ ਮਹਿਮਾ ਕਿਵੇਂ ਕੋਈ ਗਿਣ ਸਕਦਾ ਹੈ। ਯਾ ਬਰਨੋ ਸੂਸ਼ਮ ਮਤ ਮੇਰੀ। ਮੈਂ ਕਿੱਥੋਂ ਤੱਕ ਵਾਹਿਗੁਰੂ ਜੀ ਆਪ ਜੀ ਦੇ ਨਾਮ ਨੂੰ ਵਰਣਨ ਕਰਾਂ, ਮੇਰੀ ਤੇ ਮੱਤ ਬੜੀ ਛੋਟੀ ਹੈ। ਆਪਾਂ ਸ੍ਰੀ ਜਾਪ ਸਾਹਿਬ ਪੜ੍ਹਦੇ ਹਾਂ ਤੇ ਦਸਮ ਪਾਤਸ਼ਾਹ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਸਤਿਗੁਰੂ ਜੀ ਦਾ ਜਦੋਂ ਜਾਪ ਸਾਹਿਬ ਦਾ ਪਹਿਲਾ ਸ਼੍ਰੀ ਮੁਖ ਵਾਕ ਪੜਾਂਗੇ ਤੇ ਉਹਦੀਆਂ ਅਖੀਰਲੀਆਂ ਤੁਕਾਂ ਵੀ ਆਉਂਦੀਆਂ ਨੇ। ਨੇਤ ਨੇਤ ਬਣ ਤ੍ਰਿਣ ਕਹਿਤ ਤਬ ਸਰਬ ਨਾਮ ਕਥੈ ਕਵਣ ਕਰਮ ਨਾਮ ਵਰਨਤ ਸੁਮਤ। ਵਾਹਿਗੁਰੂ ਤੁਹਾਡਾ ਸਮੁੱਚੇ ਸਰੂਪ ਨੂੰ ਨਿਰੂਪਣ ਕਰਨ ਵਾਲਾ ਨਾਮ ਕੌਣ ਬਿਆਨ ਕਰ ਸਕਦਾ ਹੈ। ਕਲਗੀਧਰ ਪਿਤਾ ਕਹਿਣ ਲੱਗੇ, ਅਸੀਂ ਤਾਂ ਤੁਹਾਡੇ ਸਿਫਤੀ ਨਾਮ ਵਰਣਨ ਕੀਤੇ ਆ। ਤੂੰ ਤੇ ਵਾਹਿਗੁਰੂ ਜੀ ਹਰੇਕ ਥਾਂ ਤੇ ਰਮੇ ਹੋਏ ਹੋ, ਐਸਾ ਵਾਹਿਗੁਰੂ ਦੇ ਗੁਣ ਕੌਣ ਬਿਆਨ ਕਰ ਸਕਦਾ ਹੈ। ਮੇਰੇ ਪਾਸ ਜਿੰਨੀ ਕੁ ਮਤ ਬੁੱਧ ਹੈ। ਧਰੂ ਜੀ ਕਹਿਣ ਲੱਗੇ, ਅਸੀਂ ਉਨੀ ਕੁ ਵਾਹਿਗੁਰੂ ਤੁਹਾਡੀ ਸਿਫਤ ਸਲਾਹ ਕੀਤੀ ਹੈ, ਸੰਪੂਰਨ ਮਹਿਮਾ ਤੇ ਤੁਹਾਡੀ ਬਹੁਤ ਵੱਡੀ ਹੈ। ਦਾਸ ਗ੍ਰਾ ਅਸ ਸੁਣਤ ਕਿਰਪਾਲਾ। ਜਦੋਂ ਆਪਣੇ ਦਾਸ ਧਰੂ ਜੀ ਦੇ ਇਸ ਤਰ੍ਹਾਂ ਦੇ ਬਚਨ ਸੁਣੇ ਨਾ, ਤੇ ਕਿਰਪਾ ਕਰਨ ਵਾਲੇ ਕਿਰਪਾਲੂ ਵਾਹਿਗੁਰੂ ਜੀ ਨੇ ਜਦੋਂ ਬਚਨਾਂ ਨੂੰ ਸੁਣਿਆ, ਹਰਖ ਪ੍ਰੀਸ਼ਦਤ ਭਏ ਵਿਸਾਲਾ। ਤੇ ਸੁਣ ਕਰਕੇ ਬਚਨ ਬੜੇ ਆਨੰਦਿਤ ਹੋਏ, ਵਿਸਾਲ ਆਨੰਦਿਤ ਹੋਏ, ਬੜਾ ਆਨੰਦ ਆਇਆ ਵੀ ਇਹ ਭਾਵੇਂ ਉਮਰ ਕਰਕੇ ਛੋਟਾ ਬਾਲਕ ਹੈ, ਪਰ ਕਿੰਨੀ ਵੱਡੀ ਮਤ ਬੁੱਧ ਵਾਲਾ ਹੈ ਤੇ ਕਿੰਨੇ ਸੁੰਦਰ ਬਚਨ ਕਰਦਾ ਹੈ। ਕਿਉਂਕਿ ਸਾਧ ਸੰਗਤ ਬਜ਼ੁਰਗੀ ਉਮਰ ਦੀ ਨਹੀਂ, ਬਜ਼ੁਰਗੀ ਤੇ ਅਕਲ ਦੀ ਹੈ। ਅਕਲ ਭਾਵੇਂ ਛੋਟੇ ਬੱਚੇ ਨੂੰ ਵੀ ਹੋਵੇ ਤੇ ਲੋਕ ਬਾਬਾ ਜੀ ਕਹਿੰਦੇ ਆ। ਦੇਖੋ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ, ਉਮਰ ਤੇ ਬਹੁਤ ਛੋਟੀ ਹੈ ਪਰ ਕਾਰਜ ਕਿੰਨੇ ਵੱਡੇ ਨੇ। ਅੱਜ ਕੋਈ ਹੱਥ ਜੋੜ ਕੇ ਹਰ ਕੋਈ ਬਾਬਾ ਜੀ ਕਹਿ ਕੇ ਸਤਿਕਾਰ ਦਿੰਦਾ ਹੈ, ਕਿਉਂਕਿ ਸਤਿਕਾਰ ਦੇਣਾ ਬਣਦਾ ਵੀ ਹੈ। ਉਹ ਸਤਿਕਾਰ ਦੇ ਲਾਇਕ ਨੇ, ਉਹਨਾਂ ਬਹੁਤ ਵੱਡੇ ਕਾਰਜ ਕੀਤੇ ਨੇ। ਤੇ ਪ੍ਰਮਾਤਮਾ ਜੀ ਵੀ ਧਰੂ ਜੀ ਦੇ ਪਾਸੋਂ ਵੱਡੇ ਬਚਨ ਸੁਣ ਕੇ, ਆਨੰਦ ਦੇਣ ਵਾਲੇ ਬਚਨ ਸੁਣ ਕੇ ਬਹੁਤ ਪ੍ਰਸੰਨ ਹੋਏ ਨੇ। ਬੋਲੇ ਹੇ ਨਿਰਪ ਸੁਤ ਸੁਨ ਬਾਨੀ। ਕਹਿਣ ਲੱਗੇ, ਹੇ ਰਾਜੇ ਦੇ ਪੁੱਤਰ, ਕਿਉਂਕਿ ਧਰੂ ਜੀ ਰਾਜੇ ਦੇ ਪੁੱਤਰ ਨੇ। ਉਤਾਨਪਾਦ ਰਾਜਾ ਇਹਨਾਂ ਦਾ ਪਿਤਾ ਜੀ ਹੈ। ਤੇ ਕਹਿਣ ਲੱਗੇ, ਹੇ ਰਾਜੇ ਦੇ ਪੁੱਤਰ ਸੁਨ ਬਾਨੀ ਤਬ ਅੰਤਰ ਕੀ ਮੈਂ। ਭਾਵ ਤੁਹਾਡੇ ਜਿਹੜੇ ਬੋਲ ਨੇ ਨਾ, ਉਹ ਤੇ ਸੁਣ ਕੇ ਮੈਨੂੰ ਬੜਾ ਆਨੰਦ ਆਇਆ। ਹੇ ਰਾਜੇ ਦੇ ਪੁੱਤਰ ਤੁਹਾਡੇ ਬਚਨ ਸੁਣ ਕਰਕੇ। ਹੇ ਬੋਲੇ ਹੇ ਨਿਰਪ ਸੁਤ ਸੁਨ ਬਾਨੀ। ਮੈਂ ਤੁਹਾਡੇ ਰਾਜੇ ਦੇ ਪੁੱਤਰ ਬਚਨ ਸੁਣ ਕੇ ਨਾ, ਬਾਣੀ ਦਾ ਮਤਲਬ ਬਚਨ, ਬਚਨ ਸੁਣ ਕਰਕੇ, ਤੁਹਾਡੇ ਸੁੰਦਰ ਸ਼ਬਦ ਸੁਣ ਕਰਕੇ। ਤਬ ਅੰਤਰ ਕੀ ਮੈਂ ਸਭ ਜਾਨੀ। ਇਸ ਕਰਕੇ ਮੈਂ ਤੁਹਾਡੇ ਅੰਦਰ ਦੀ ਗੱਲ ਜਾਣ ਲਈ ਹੈ। ਮੈਂ ਤੁਹਾਨੂੰ ਬੁੱਝ ਲਿਆ ਵੀ ਤੁਹਾਡੇ ਅੰਦਰ ਚਾਹਨਾ ਕੀ ਹੈ, ਤੁਹਾਡੇ ਅੰਦਰ ਕੀ ਕੀ ਖਿੱਚ ਹੈ ਜੀ। ਸੋ ਅਬਲਿਓ ਪਰਮ ਪਦ ਊਚਾ। ਤੁਸੀਂ ਬੰਦਗੀ ਕਰਕੇ ਬਹੁਤ ਵੱਡੀ ਪਦਵੀ, ਉੱਚੀ ਪਦਵੀ, ਸਭ ਤੋਂ ਉੱਚੀ ਪਦਵੀ ਬੰਦਗੀ ਵਾਲਿਆਂ ਨੂੰ ਮਿਲਦੀ ਹੈ। ਕਹਿਣ ਲੱਗੇ, ਤੁਹਾਨੂੰ ਬਹੁਤ ਵੱਡੀ ਪਦਵੀ, ਪਰਮ ਪਦ, ਉੱਚਾ ਪਰਮ ਪਦ ਤੁਸੀਂ ਪ੍ਰਾਪਤ ਕਰੋਗੇ। ਉਹ ਨਹ ਜਹ ਸੁਰ ਅਸੁਰ ਪਹੁੰਚਾ। ਜਿਹੜਾ ਅੱਜ ਤੱਕ ਕਿਸੇ ਵੀ ਹੋਰ ਨੂੰ ਨਹੀਂ ਪ੍ਰਾਪਤ ਹੋਇਆ, ਉਹ ਪਦਵੀ ਤੁਹਾਨੂੰ ਪ੍ਰਾਪਤ ਹੋਵੇਗੀ। ਭਾਵ ਤੁਹਾਡੀਆਂ ਪ੍ਰਦਖਣਾ ਕਰਿਆ ਕਰਨਗੇ, ਤੁਸੀਂ ਬਹੁਤ ਮਹਾਨ ਹੋਗੇ ਬੰਦਗੀ ਕਰਕੇ। ਜਿਹੜਾ ਪਦ ਕਿਸੇ ਨੂੰ ਨਹੀਂ ਮਿਲਿਆ, ਉਹ ਬੰਦਗੀ ਕਰਕੇ ਤੁਹਾਨੂੰ ਪ੍ਰਾਪਤ ਹੋਵੇਗਾ। ਮਾਰਤੰਡ ਗ੍ਰਹਿ ਸੋਮ ਨਛਤਰਾ। ਮਾਰਤੰਡ ਕਹਿੰਦੇ ਨੇ ਸੂਰਜ ਨੂੰ,
ਤੇ ਗ੍ਰਹਿ ਕਹਿੰਦੇ ਨੇ ਜਿਵੇਂ 9 ਗ੍ਰਹਿ ਨੇ। ਸੋਮ ਕਹਿੰਦੇ ਨੇ ਚੰਦਰਮਾ ਨੂੰ, ਤੇ ਨਛੱਤਰ ਆਦਿਕ ਸਭ ਹੈ ਪ੍ਰਦਰਸ਼ਨ ਕਰਹਿ ਪਵਿੱਤਰਾ। ਇਹ ਸਾਰੇ ਹੀ ਤੁਹਾਡੀਆਂ ਪਵਿੱਤਰ ਪ੍ਰਦਖਣਾ ਕਰਿਆ ਕਰਨਗੇ। ਭਾਵ ਤੁਹਾਨੂੰ ਬਹੁਤ ਵੱਡੀ ਪਦਵੀ, ਬਹੁਤ ਵੱਡਾ ਸਥਾਨ ਪ੍ਰਾਪਤ ਹੋਵੇਗਾ। ਤਵ ਪਿਤ ਤਪ ਹਿਤ ਜਬ ਬਨ ਜਾਈ। ਜਦੋਂ ਤੁਹਾਡੇ ਪਿਤਾ ਜੀ ਧਰੂ ਨੂੰ ਕਹਿੰਦੇ ਨੇ, ਭਗਵਾਨ ਜੀ ਕਹਿਣ ਲੱਗੇ, ਜਦੋਂ ਤੁਹਾਡੇ ਪਿਤਾ ਜੀ ਤਪ ਕਰਨ ਵਾਸਤੇ ਇਸ ਜੰਗਲ ਵਿੱਚ ਆਉਣਗੇ, ਰਾਜ ਸਮਰਪ ਹੈ ਤੁਝ ਹੈ ਬਣਾਈ। ਤੇ ਬੰਦਗੀ ਦਾ ਪ੍ਰਤਾਪ ਏਡਾ ਹੋਵੇਗਾ ਕਿ ਤੁਹਾਨੂੰ ਆਪਣਾ ਸਾਰਾ ਰਾਜ ਹੀ ਸਮਰਪਿਤ ਕਰ ਦੇਣਗੇ। ਉਹ ਰਾਜ ਤੁਹਾਨੂੰ ਹੀ ਬਣ ਆਏਗਾ। ਸਾਧ ਸੰਗਤ, ਭਾਈ ਗੁਰਦਾਸ ਜੀ ਦੇ ਬਚਨ ਹੈ ਨਾ ਕਿ ਧਰੂ ਜੀ ਨੇ ਮਾਂ ਨੂੰ ਪੁੱਛਿਆ ਸੀ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵਣ ਮੀਤਾ। ਤੇ ਮਾਂ ਦੀ ਸਿੱਖਿਆ ਹੈ, ਮਾਂ ਨੇ ਆਖਿਆ ਸੀ, ਪੁੱਤਰ ਜਦੋਂ ਕੋਈ ਮਾਲਕ ਨੂੰ ਚੇਤੇ ਕਰਦਾ ਨਾ, ਪਰਮੇਸ਼ਰ ਆਰਾਧੀਐ ਜਿੰਦੂ ਹੋਈਐ ਪਤਤ ਪੁਨੀਤਾ। ਜਿੱਥੇ ਜਿੰਦ ਪਵਿੱਤਰ ਹੁੰਦੀ ਹੈ ਉੱਥੇ ਰਾਜ ਭਾਗ ਵੀ ਮਿਲਦੇ ਨੇ। ਤੇ ਮਾਂ ਦੀ ਸਿੱਖਿਆ ਨੂੰ ਪ੍ਰਾਪਤ ਕਰਕੇ ਜਦੋਂ ਬੰਦਗੀ ਕੀਤੀ ਤੇ ਸਾਧ ਸੰਗਤ ਭਗਵਾਨ ਕਹਿਣ ਲੱਗੇ, ਬੰਦਗੀ ਕਰਨ ਕਰਕੇ ਤੁਹਾਨੂੰ ਰਾਜ ਭਾਗ ਵੱਡਾ, ਤੇ ਤੁਹਾਨੂੰ ਹੁਣ ਰਾਜ ਹੀ ਉਹ ਤੁਹਾਨੂੰ ਬਣ ਆਉਣਾ। ਤੁਹਾਡਾ ਪਿਤਾ ਜਦੋਂ ਆਏਗਾ ਉਹ ਰਾਜ ਭਾਗ ਦੀ ਤੁਹਾਨੂੰ ਸਮਰਪਣ ਕਰੇਗਾ। 36 ਵਰਖ ਸਹਿਸ ਕਰ ਰਾਜੂ। ਤੁਸੀਂ ਬਹੁਤ ਲੰਮਾ ਸਮਾਂ, ਕਈ ਹਜ਼ਾਰ ਵਰੇ ਦਾ ਜ਼ਿਕਰ ਹੈ, 36,000 ਵਰੇ ਦਾ ਜ਼ਿਕਰ ਹੈ। ਮਤਲਬ ਇੱਥੇ ਅਰਥ ਬਣੇਗਾ ਬਹੁਤ ਲੰਮਾ ਸਮਾਂ ਤੁਹਾਨੂੰ ਇਹ ਜਿਹੜਾ ਰਾਜ ਭਾਗ ਦੀ ਦਾਤ ਪ੍ਰਾਪਤ ਹੋਵੇਗੀ। ਹੁਣ ਪਾਵੋ ਨਿਜ ਪਦ ਸੁਖ ਸਾਜੂ। ਤੇ ਫਿਰ ਤੁਸੀਂ ਭਾਵ ਜਿਹੜਾ ਨਿਜ ਪਦ ਹੈ ਨਾ, ਆਤਮ ਰਸ, ਉਹ ਵੀ ਸੁਖ ਪ੍ਰਾਪਤ ਕਰੋਗੇ। ਲੰਮਾ ਸਮਾਂ ਤੁਸੀਂ ਰਾਜ ਭਾਗ ਵੀ ਮਾਣੋਗੇ। ਉੱਤਮ ਨਾਮ ਤੋਹੇ ਜੇ ਭਰਾਤਾ। ਤੇ ਜਿਹੜੀ ਧਰੂ ਜੀ ਦੀ ਮਤਰੇਈ ਮਾਂ ਹੈ ਨਾ, ਜਿਹੜਾ ਉਹਦਾ ਪੁੱਤਰ ਹੈ, ਉਹਦਾ ਨਾਮ ਕਵੀ ਜੀ ਨੇ ਉੱਤਮ ਦੱਸਿਆ। ਕਹਿਣ ਲੱਗੇ ਜਿਹੜਾ ਤੁਹਾਡਾ ਧਰੂ ਜੀ ਭਰਾ ਹੈ ਨਾ, ਉਹਦਾ ਨਾਮ ਜੋ ਉੱਤਮ ਹੈ, ਸਦਾ ਅਖੀਰ ਬਿਰਤ ਮਹਿਰਾਤਾ। ਉਹ ਵੀ ਰਾਜੇ ਦਾ ਪੁੱਤਰ ਹੈ। ਤੇ ਰਾਜੇ ਦਾ ਪੁੱਤਰ ਹੋਣ ਕਰਕੇ ਉਹਦਾ ਧਿਆਨ ਨਿਤਾ ਪ੍ਰਤੀ ਸ਼ਿਕਾਰ ਵਿੱਚ ਹੈ। ਸੋ ਬਨ ਮਹਿ ਹੋਵਤ ਹਤ ਪ੍ਰਾਨ। ਜਦੋਂ ਉਹ ਜੰਗਲ ਵਿੱਚ ਸ਼ਿਕਾਰ ਖੇਡਣ ਆਏਗਾ ਤੇ ਉਹਦੇ ਪ੍ਰਾਣ ਨਿਕਲ ਜਾਣਗੇ। ਭੋਜਨ ਹਿਤ ਤੇ ਮਾਤ ਪਿਆਨ ਹੈ। ਤੇ ਫਿਰ ਤੁਹਾਡੀ ਮਤਰੇਈ ਮਾਂ ਆਪਣੇ ਪੁੱਤਰ ਨੂੰ ਲੱਭਦੀ ਜਦੋਂ ਆਏਗੀ ਘਰੋਂ ਪਿਆਨਾ ਕਰਕੇ, ਸੋ ਦਾਵਾ ਨਲ ਮਹਿ ਜਰ ਜਾਈ। ਤੇ ਧਰੂ ਜੀ ਉਹ ਤੁਹਾਡੀ ਮਤਰੇਈ ਮਾਂ ਵੀ ਜੰਗਲ ਦੀ ਅੱਗ ਦੇ ਨਾਲ ਸੜ ਜਾਏਗੀ। ਸਰਬ ਰਾਜ ਤੁਮ ਕਰੋ ਬਨਾਈ। ਤੇ ਸਾਰਾ ਰਾਜ ਹੀ ਤੁਹਾਡਾ ਬਣ ਜਾਵੇਗਾ। ਹਰ ਪਾਸੇ ਤੁਹਾਡਾ ਰਾਜ ਹੋਵੇਗਾ। ਮਮ ਹਿਤ ਮਖ ਕਰੀਏ ਹਿਤ ਲਾਈ। ਤੇ ਤੁਸੀਂ ਭਾਵ ਪਰ ਉਪਕਾਰ ਵਾਸਤੇ ਪ੍ਰਭੂ ਜੀ ਕਹਿਣ ਲੱਗੇ, ਸਾਡੇ ਨਿਮਿਤ ਲੋਕਾਂ ਵਿੱਚ ਤੁਸੀਂ ਫਿਰ ਲੰਗਰ ਆਦਿਕ ਦੀ ਸੇਵਾ ਕਰਿਓ। ਭਾਵ ਲੋੜਵੰਦਾਂ ਨੂੰ ਜਾਂ ਇਸ ਤਰ੍ਹਾਂ ਲੋਕਾਂ ਤੱਕ ਪਹੁੰਚ ਕਰਕੇ ਪ੍ਰਸ਼ਾਦੇ ਪਾਣੀ ਨਾਲ ਸੇਵਾ ਕਰਿਓ। ਸਿਮਰਨ ਕਰੋ ਸਦਾ ਸੁਖ ਪਾਈ। ਤੇ ਜਿੱਥੇ ਹੱਥੀਂ ਇਹ ਕਾਰਜ ਕਰਨੇ ਆ ਨਾ, ਲੋਕ ਭਲਾਈ ਦੇ ਕਾਰਜ ਕਰਨੇ, ਉੱਥੇ ਆਤਮਾ ਨੂੰ ਵੀ ਬਲਵਾਨ ਬਣਾਉਣ ਵਾਸਤੇ ਤੇ ਸਦਾ ਸੁਖ ਪ੍ਰਾਪਤ ਕਰਨ ਲਈ ਪਰਮਾਤਮਾ ਦਾ ਸਿਮਰਨ ਕਰਨਾ ਹੈ। ਉੱਚੋ ਪਦ ਅਸ ਲਿਹੋ ਬਹੋਰੀ। ਤੇ ਤੁਹਾਨੂੰ ਬਹੁਤ ਵੱਡੀ ਇਹ ਦਾਤ, ਉੱਚੀ ਪਦਵੀ ਦੀ ਪ੍ਰਾਪਤ ਹੋਵੇਗੀ। ਜਿਹ ਕੋ ਬੰਦਾ ਹੈ ਸਭ ਕਰ ਜੋਰੀ। ਜਿਸ ਵਾਸਤੇ ਹਰ ਕੋਈ ਦੋਵੇਂ ਹੱਥ ਜੋੜ ਕੇ ਤੁਹਾਨੂੰ ਬੰਦਨਾ ਕਰੇਗਾ। ਮਮ ਆਇਸ ਗਮਨੋ ਪੁਰਮਾਹੀ। ਹੁਣ ਤੁਸੀਂ ਆਪਣੇ ਪਿਤਾ ਜੀ ਦੇ ਪਾਸ ਆਪਣੇ ਨਗਰ ਚਲੇ ਜਾਓ। ਮਾਤ ਪਿਤਾ ਹਿਰਦੇ ਬਹੁ ਚਾਹੀ। ਤੁਹਾਡੇ ਮਾਤਾ ਪਿਤਾ ਤੁਹਾਨੂੰ ਹਿਰਦੇ ਵਿੱਚ ਬਹੁਤ ਚਾਹ ਰਹੇ ਨੇ, ਤੁਹਾਡੀ ਮੰਗ ਕਰ ਰਹੇ ਨੇ। ਅਸ ਕੈ ਸ੍ਰੀ ਭਗਵੰਤ ਗੁਸਾਈ। ਇਸ ਤਰ੍ਹਾਂ ਕਹਿ ਕਰਕੇ ਭਗਵੰਤ ਜਿਹੜੇ ਧਰਤੀ ਦੇ ਮਾਲਕ ਨੇ, ਲੋਕਾਂ ਦੇ ਲੁਕਾਈ ਦੇ ਮਾਲਕ ਨੇ,
ਉਹ ਇਸ ਤਰ੍ਹਾਂ ਦੇ ਬਚਨ ਕਹਿ ਕਰਕੇ ਸ੍ਰੀ ਧਰੂ ਜੀ ਨੂੰ ਅੰਤਰ ਧਿਆਨ ਭਏ ਤਿਹ ਥਾਈ। ਉਸ ਥਾਂ ਤੋਂ ਅੰਤਰ ਧਿਆਨ ਹੋ ਗਏ, ਭਾਵ ਨੇਤਰਾਂ ਨਾਲ ਜਦੋਂ ਧਰੂ ਜੀ ਦੇਖਦੇ ਸਨ ਹੁਣ ਅਲੋਪ ਹੋ ਗਏ। ਭਾਵ ਇਸ ਤਰ੍ਹਾਂ ਦੀ ਸਿੱਖਿਆ ਦੇ ਕੇ ਕਿ ਤੁਸੀਂ ਬੰਦਗੀ ਕਰਕੇ ਬਹੁਤ ਵੱਡਾ ਸੁੱਖ ਪ੍ਰਾਪਤ ਕੀਤਾ, ਹੁਣ ਆਪਣੇ ਨਗਰ ਚਲੇ ਜਾਓ, ਮਾਤਾ ਪਿਤਾ ਕੋਲ ਜਾਓ। ਇਹ ਬਚਨ ਕਹਿ ਕਰਕੇ ਅੰਤਰ ਧਿਆਨ ਭਾਵ ਪ੍ਰਭੂ ਜੀ ਭਗਵਾਨ ਜੀ ਅਲੋਪ ਹੋ ਗਏ। ਜਿਹ ਕੇ ਦਰਸ਼ਨ ਦੋਖ ਨਸਾਈ। ਤੇ ਕਵੀ ਜੀ ਕਹਿੰਦੇ ਨੇ ਉਸ ਮਾਲਕ ਅਲੋਪ ਹੋਏ ਵਾਹਿਗੁਰੂ ਜੀ ਜਿਨ੍ਹਾਂ ਦੇ ਦਰਸ਼ਨ ਕਰਕੇ ਤੇ ਦੋਖ ਨਸ ਜਾਂਦੇ ਹੈ। ਦਰਸ਼ਨ ਦੇਖਤ ਦੋਖ ਨਸੇ, ਅੰਮ੍ਰਿਤ ਗੁਰਬਾਣੀ ਵਿੱਚ ਵੀ ਵਾਕ ਹੈ। ਜਿਨ੍ਹਾਂ ਦੇ ਦਰਸ਼ਨ ਕੀਤਿਆਂ ਦੁੱਖ ਮੁੱਕ ਜਾਂਦੇ। ਆਪਾਂ ਰੋਜ਼ ਬਚਨ ਪੜ੍ਹਦੇ ਹਾਂ, ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਵਾਹਿਗੁਰੂ ਜੀ ਤੇ ਗੁਰੂ ਜੀ ਵਿੱਚ ਕੋਈ ਭੇਦ ਭਿੰਨ ਭੇਦ ਨਹੀਂ ਹੈ, ਇੱਕ ਹੀ ਰੂਪ ਨੇ ਗੁਰੂ ਜੀ ਤੇ ਵਾਹਿਗੁਰੂ ਜੀ। ਜਿਹੜਾ ਮੇਰੇ ਮਾਲਕ ਦੇ ਦਰਸ਼ਨ ਕਰਦਾ ਹੈ, ਅੰਤਰ ਧਿਆਨ ਹੁੰਦਾ ਹੈ, ਉਹਨਾਂ ਦੇ ਅੰਦਰ ਦੇ ਦੋਖ ਜਿਹੜੇ ਗੁਰਮੁਖੋ ਉਹ ਨਸ ਜਾਂਦੇ ਨੇ, ਭਾਵ ਦੂਰ ਹੋ ਜਾਂਦੇ ਨੇ। ਉਹ ਸੁਖ ਦਾਤੇ ਦੀ ਸ਼ਰਨ ਵਿੱਚ ਪਹੁੰਚ ਜਾਂਦੇ ਨੇ। ਸੇਵੋ ਚਰਨ ਕਵਲ ਹਿਤ ਲਾਈ। ਤੇ ਕਵੀ ਜੀ ਕਹਿੰਦੇ ਨੇ ਮਾਲਕ ਜੀ ਦੀ ਬੰਦਗੀ ਦਾ ਏਡਾ ਵੱਡਾ ਪ੍ਰਤਾਪ ਹੁੰਦਾ ਹੈ। ਤੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਬਚਨ ਨੇ, ਜਿਹੜਾ ਵੀ ਤੇ ਤੁਸੀਂ ਵੀ ਧਰੂ ਜੀ ਸਾਡੇ ਚਰਨ ਕਮਲਾਂ ਦਾ ਧਿਆਨ ਧਰ ਕੇ ਹਿੱਤ ਲਾ ਕੇ ਪੂਰੇ ਪ੍ਰੇਮ ਦੇ ਨਾਲ ਜਦੋਂ ਬੰਦਗੀ ਕਰੋਗੇ, ਅਕਾਲ ਪੁਰਖ ਵਾਹਿਗੁਰੂ ਜੀ ਕਹਿਣ ਲੱਗੇ ਜਦੋਂ ਤੁਸੀਂ ਨਾਮ ਜਪੋਗੇ। ਦੋਹਰਾ ਸ੍ਰੀ ਗੁਰ ਪਗ ਸਾਗਰ ਆਨੰਦ, ਮਨ ਨਿਜ ਮੀਨ ਬਨਾਓ। ਕਵੀ ਜੀ ਨੇ ਦੂਸਰਾ ਸਾਧ ਸੰਗਤ ਪ੍ਰਕਰਨ ਆਰੰਭ ਕੀਤਾ ਹੈ। ਇਹ ਸਾਨੂੰ ਬਚਨ ਇਹ ਧਿਆਨ ਵਿੱਚ ਰੱਖਣੇ ਚਾਹੀਦੇ ਨੇ। ਅਕਾਲ ਪੁਰਖ ਜੀ ਦੀ ਬੰਦਗੀ ਜਦੋਂ ਵੀ ਕਰਨੀ ਹੈ ਨਾ, ਤੇ ਚਿੱਤ ਲਾ ਕੇ ਮਾਲਕ ਦੇ ਨਾਮ ਨਾਲ ਜੁੜਨਾ ਚਾਹੀਦਾ ਹੈ। ਬੇਧਿਆਨੇ ਨਹੀਂ, ਧਿਆਨ ਲਾ ਕੇ ਬੰਦਗੀ ਕਰਦਿਆਂ ਕਰਦਿਆਂ ਧਿਆਨ ਇਕਾਗਰ ਕਰਕੇ ਜਦੋਂ ਬੰਦਗੀ ਕਰਾਂਗੇ, ਇੱਕ ਦਿਨ ਮਨ ਐਸਾ ਜੁੜ ਜਾਂਦਾ ਹੈ, ਫਿਰ ਅੰਦਰ ਦੇ ਦੁੱਖ ਕਲੇਸ਼ ਵਿਕਾਰ ਸਭ ਬੁਰਾਈਆਂ ਅੰਦਰੋਂ ਮੁੱਕ ਜਾਂਦੀਆਂ ਨੇ। ਫਿਰ ਵਾਹਿਗੁਰੂ ਜੀ ਦੇ ਨਾਲ ਸਾਡੀ ਸਦੀਵੀ ਤੌਰ ਤੇ ਸਾਂਝ ਪੈਂਦੀ ਹੈ। ਤੇ ਕਵੀ ਜੀ ਨੇ ਗੁਰੂ ਜੀ ਦਾ ਮੰਗਲ ਚਰਨ ਕਰਕੇ ਕਿਹਾ ਸੀ ਕਿ ਸਤਿਗੁਰੂ ਪਾਤਸ਼ਾਹ ਭਾਵ ਆਨੰਦ ਦੇ ਸਾਗਰ ਨੇ, ਸਾਧ ਸੰਗਤ ਉਹ ਐਸੇ ਸਾਗਰ ਨੇ, ਆਪਣੇ ਮਨ ਨੂੰ ਮੀਨ ਬਣਾਉਣਾ ਚਾਹੀਦਾ ਹੈ, ਉਸ ਜਲ ਵਿੱਚ ਆਨੰਦ ਲੈਣਾ ਚਾਹੀਦਾ ਹੈ। ਗੁਰੂ ਤੇ ਸਾਗਰ ਦੀ ਨਿਆਈ ਹੈ ਤੇ ਆਪਣੇ ਮਨ ਨੂੰ ਮੀਨ ਬਣਾ ਕੇ ਸਾਗਰ ਦਾ ਆਨੰਦ ਲਈਏ ਜੀ। ਕਹੋ ਕਥਾ ਪਾਵਨ ਪਰਮ, ਸੁਨ ਸਰੋਤਾ ਸੁਖ ਪਾਉ। ਕਹਿਣ ਲੱਗੇ ਹੇ ਸਰੋਤਾ ਜਨੋ ਗੁਰਮੁਖੋ, ਜਦੋਂ ਤੁਸੀਂ ਗੁਰੂ ਸਾਹਿਬਾਨ ਦੀ ਕਥਾ ਨੂੰ ਸੁਣੋਗੇ ਨਾ, ਇੱਕ ਤੇ ਤੁਹਾਨੂੰ ਸੁਖ ਪ੍ਰਾਪਤ ਹੋਵੇਗਾ, ਤੇ ਦੂਜੀ ਕਥਾ ਨੂੰ ਜਦੋਂ ਅੱਗੇ ਬਿਆਨ ਕਰੋਗੇ ਸੁਣੋਗੇ ਤੇ ਤੁਹਾਡਾ ਆਪਣਾ ਮਨ ਪਾਵਨ ਹੋ ਜਾਏਗਾ, ਪਵਿੱਤਰ, ਤੇ ਪਰਮ ਨਿਧਾਨ ਨਾਲ ਤੁਸੀਂ ਜੁੜ ਜਾਓਗੇ। ਇੰਜ ਗੁਰੂ ਕੀ ਕਥਾ ਸੁਣਨ ਦੇ ਨਾਲ ਸਦੀਵੀ ਸਾਡੀ ਸਾਂਝ ਬਣ ਜਾਂਦੀ ਹੈ। ਸਤਿਗੁਰੂ ਜੀ ਦਾ, ਗੁਰੂ ਰੂਪ ਸੰਗਤਾਂ ਦਾ, ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ। ਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀਆਂ ਦਾ, ਜਿਨ੍ਹਾਂ ਨੇ ਸਮਾਂ ਦੇ ਕੇ ਆਪ ਜੀ ਸਤਿਗੁਰੂ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ। ਅਖੀਰਲੀਆਂ ਤੁਕਾਂ ਦਾ ਪਾਠ ਕਰਕੇ ਅੱਜ ਦੇ ਪ੍ਰਕਰਨ ਦੀ ਸਮਾਪਤੀ ਹੈ। ਸ੍ਰੀ ਗੁਰ ਪਗ ਸਾਗਰ ਆਨੰਦ, ਮਨ ਨਿਜ ਮੀਨ ਬਨਾਓ। ਕਹੋ ਕਥਾ ਪਾਵਨ ਪਰਮਾ, ਸੁਨ ਸਰੋਤਾ ਸੁਖ ਪਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।